आवो सिख सतगुरु के प्यारिओ, गावो सच्ची बाणी। बाणी तां गावो गुरु केरी, बाणियां सिर बाणी। जिनको नदर कर्म होवै, हृदय तिना समाणी। पीवो अमृत सदा रहो हर रंग, जप्यो सारंग पाणी। कह नानक सदा गावो, एह सच्ची बाणी। एक ओंकार सतनाम करता पुरख, निर्भौ निर्वैर अकाल मूरत। अजूनी सैभं गुर प्रसाद, अमृत नाम निधान है। मिल पीवो भाई, जे सिमरत सुख पाइए। सब तिखा बुझाई, कर सेवा पार ब्रह्म गुर। भुख रहे न काई, सगल पदार्थ पुण्या। अमरा पद पाई, तुद जेवड तू है पार ब्रह्मा। नानक शरणाई, सगल पदार्थ पुण्या। अमरा पद पाई, तुद जेवड तू है पार ब्रह्मा। नानक शरणाई। परम सन्मान श्री गुरु ग्रंथ साहिब जी की पावन गोद विच जुड़ बैठी गुरु प्यारी साध संगत जीओ, सतगुरु जी की गोद विच बैठ के अज दे इस गुरमत समागम दे विच आप जी हाज़री भर रहे हो। जिवें कि आपां नूं सारिआं नूं पता ही है कि जो खालसे दा साजना दिवस उस नूं समर्पित रखे हुए गुरमत समागम विच आपां सारे हाज़री भर रहे हाँ। ते नाल नाल जो केंद्र सरकार वालों 3 काले कानून पास किए हैं, जिन्हों रद्द कराने लई किसान अते मजदूर सारे इकट्ठे होके 25-26 नवंबर तो लैके हुण तक लगातार 5वां महीना चल रहा है। दिल्ली के वख-वख बार्डरां ते जिहड़ा है वो धरना दिता होया है, जिस विच तुहाडे विचों बहुते वीर हाज़री भर चुके होणगे। वारी बधी हुई है कि आपां रल के इस जंग दे विच हिस्सा लेना है। एक जंग है जिहड़ी सबर दे नाल जबर दा मुकाबला करना है, क्योंकि सरकार दीयां जिहड़ियां नीतियां ने
ਉਹ ਸਿਰਫ ਕੁਝ ਅਮੀਰ ਘਰਾਣਿਆਂ ਦੇ ਹੱਕ ਵਿੱਚ ਹੀ ਭੁਗਤ ਰਹੀਆਂ ਨੇ। ਆਮ ਤਬਕੇ ਨੂੰ ਖਤਮ ਕੀਤਾ ਜਾ ਰਿਹਾ ਹੈ। ਭਾਵੇਂ ਕਿ ਇਹ ਕਾਨੂੰਨ ਬਾਕੀ ਸਟੇਟਾਂ ਵਿੱਚ ਪਹਿਲਾਂ ਪਾਸ ਕੀਤੇ ਗਏ ਨੇ, ਉੱਥੋਂ ਆਵਾਜ਼ ਬੁਲੰਦ ਨਹੀਂ ਹੋਈ, ਪਰ ਜਦੋਂ ਇਹ ਵਾਰੀ ਪੰਜਾਬ ਦੀ ਆਈ ਤੇ ਪੰਜਾਬ ਦੇ ਜਿਹੜੇ ਵੀਰ ਨੇ, ਭਰਾ ਨੇ, ਉਹਨਾਂ ਨੇ ਇਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਨੇ ਦਿੱਤੇ ਗਏ। ਅਣਮਿੱਥੇ ਸਮੇਂ ਲਈ ਟੋਲ ਪਲਾਜ਼ੇ ਬੰਦ ਕੀਤੇ ਗਏ ਤੇ ਅਜੇ ਤੱਕ ਵੀ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਉੱਤੇ ਆਪਣੇ ਕਿਸਾਨ ਮਜ਼ਦੂਰ ਭਰਾ ਇਕੱਠੇ ਹੋ ਕੇ ਬੈਠੇ ਨੇ। ਤੇ ਪੰਜਾਬ ਵੱਲ ਵੇਖ ਕੇ ਹਰਿਆਣੇ ਨੂੰ ਵੀ ਟੋਲ ਪਲਾਜ਼ੇ ਬੰਦ ਕਰਨੇ ਪਏ। ਜਦੋਂ ਪੰਜਾਬ ਵਿੱਚੋਂ ਆਵਾਜ਼ ਉੱਠੀ, ਹਰਿਆਣੇ ਨੇ ਵੀ ਨਾਲ ਸਾਥ ਦਿੱਤਾ। ਹੌਲੀ ਹੌਲੀ ਦੂਜੀਆਂ ਸਟੇਟਾਂ ਵੀ ਜਾਗੀਆਂ। ਇਹ ਗੱਲ ਇੱਕ ਦੀ ਨਹੀਂ ਹੈ, ਇਹ ਗੱਲ ਸਾਡੀ ਸਾਰਿਆਂ ਦੀ ਸਾਂਝੀ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣ ਦੀ ਲੋੜ ਹੈ। ਆਪਣੇ ਸ਼ਿਕਵੇ ਗਿਲੇ, ਆਪਣੀਆਂ ਨਿੱਜੀ ਲੜਾਈਆਂ, ਆਪਣੇ ਨਿੱਜੀ ਮਤਭੇਦ ਉਹ ਬਾਅਦ ਵਿੱਚ ਨਿਬੇੜੇ ਜਾ ਸਕਦੇ ਨੇ। ਆਪਣੇ ਮਨਾਂ ਵਿੱਚੋਂ ਰੋਸੇ ਛੱਡ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਅੰਦੋਲਨ ਦੇ ਵਿੱਚ ਭਾਗ ਲੈਣ ਦੀ ਜ਼ਰੂਰਤ ਹੈ। ਆਓ ਸਾਧ ਸੰਗਤ ਬੜੇ ਅਦਬ ਨਾਲ, ਜਿੱਥੇ ਆਪਾਂ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉੱਥੇ ਅੱਜ ਕੱਲ੍ਹ ਇਹਨਾਂ ਸਮਾਗਮਾਂ ਦੇ ਵਿੱਚ ਇਸ ਅੰਦੋਲਨ ਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਜਿੱਥੇ ਵੱਖ-ਵੱਖ ਥਾਵਾਂ ਤੇ ਇਕੱਠ ਹੋ ਰਹੇ ਨੇ, ਸੰਮੇਲਨ ਹੋ ਰਹੇ ਨੇ, ਸਾਨੂੰ ਜਗਾਉਣ ਲਈ, ਕਿਉਂਕਿ ਹਰ ਇੱਕ ਨੂੰ ਪਤਾ ਨਹੀਂ ਹੈ। ਇਹ ਗੱਲ ਅਸੀਂ ਪਹਿਲਾਂ ਵੀ ਕਰਦੇ ਆ ਰਹੇ ਹਾਂ। ਜੇ ਅਸੀਂ ਇੰਨੇ ਸਿਆਣੇ ਹੁੰਦੇ ਤੇ ਭ੍ਰਿਸ਼ਟ ਲੋਕ ਸਾਡੇ ਉੱਤੇ ਲੰਬਾ ਸਮਾਂ ਰਾਜ ਕਰ ਜਾਂਦੇ। ਅਸੀਂ ਤਾਂ ਅੰਗੂਠਾ ਦੱਬਣ ਲੱਗੇ, ਇਹ ਵੀ ਨਹੀਂ ਵੇਖਦੇ ਵੀ ਅਸੀਂ ਕਿਸ ਲੀਡਰ ਨੂੰ ਵੋਟ ਪਾਉਣੀ ਹੈ। ਸ਼ਰਾਬ ਦੀਆਂ ਬੋਤਲਾਂ ਤੇ ਜਿਹੜੇ ਬੰਦੇ 5 ਸਾਲ ਲਿਖ ਕੇ ਦੇ ਦੇਣ, ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਅਸੀਂ ਕਿੰਨੇ ਕੁ ਸਿਆਣੇ ਹੋ ਸਕਦੇ ਹਾਂ। ਜਿਹੜਾ ਬੰਦਾ 2000 5000 ਤੇ ਆਪਣੀ ਵੋਟ ਵੇਚ ਦਿੰਦਾ ਹੈ, ਤੁਸੀਂ ਅੰਦਾਜ਼ਾ ਲਾਓ, ਅਗਲੇ ਸਮਝ ਲੈਂਦੇ ਨੇ ਵੀ ਇਹ ਕਿੰਨੇ ਕੁ ਸਿਆਣੇ ਲੋਕ ਨੇ। ਸਾਨੂੰ ਸਿਆਣਾ ਬਣਾਉਂਦੇ ਆ, ਸਾਨੂੰ ਸੂਝਵਾਨ, ਸਾਨੂੰ ਅਕਲ ਦਿੰਦੇ ਆ। ਗੁਰੂ ਪਾਤਸ਼ਾਹ ਜੀ ਆਪਣਾ ਆਪ ਸਾਡੇ ਤੋਂ ਕੁਰਬਾਨ ਕਰ ਗਏ। ਗਫਲਤ ਦੀ ਨੀਂਦ ਵਿੱਚੋਂ ਸਾਨੂੰ ਜਗਾਉਂਦੇ ਗਏ। ਆਪਾਂ ਹੁਣ ਯਤਨ ਕਰਨਾ ਹੈ ਕਿ ਅਸੀਂ ਜਾਗ ਸਕੀਏ, ਆਪਣੇ ਸਤਿਗੁਰ ਦੇ ਪਾਵਨ ਉਪਦੇਸ਼ ਨੂੰ ਸਮਝ ਕੇ। ਵਹਿਮ ਭਰਮ ਪਖੰਡ ਆਪਣੇ ਜੋਬਨ ਤੇ ਨੇ, ਇਹਨਾਂ ਸਾਰਿਆਂ ਦਾ ਮੁਕਾਬਲਾ ਅਸੀਂ ਆਪਣੇ ਸਤਿਗੁਰ ਦੇ ਉਪਦੇਸ਼ ਦੁਆਰਾ ਕਰਨਾ ਹੈ। ਹੱਥ ਜੋੜ ਕੇ ਬੇਨਤੀ, ਵੀਰਾਂ ਨੇ ਉਪਰਾਲਾ ਕੀਤਾ ਹੈ, ਆਪਣੇ ਗੁਰਦੁਆਰਾ ਸਾਹਿਬ 'ਚ ਸਮਾਗਮ ਰੱਖਿਆ ਹੈ। ਜਿਹੜੇ ਪਰਿਵਾਰ ਅਜੇ ਘਰਾਂ ਵਿੱਚ ਬੈਠੇ ਨੇ, ਜਿੱਥੋਂ ਤੱਕ ਆਵਾਜ਼ ਆ ਰਹੀ ਹੈ, ਅਜੇ ਕੰਮ ਦੇ ਇੰਨੇ ਦਿਨ ਨਹੀਂ, ਕਿਉਂਕਿ ਵਾਢੀ ਅਜੇ ਉਨੀ ਸ਼ੁਰੂ ਨਹੀਂ ਹੋਈ, ਅਜੇ ਕਣਕਾਂ ਮਾੜੀਆਂ ਸਿੱਲੀਆਂ ਨੇ, ਅਜੇ ਸਾਡੇ ਕੋਲ ਟਾਈਮ ਹੈ। ਅਜੇ ਆ ਸਕਦੇ ਹਾਂ। ਹੋਰ 5-7 ਦਿਨ ਲੇਟ ਹੋ ਜਾਓ ਤਾਂ ਫਿਰ ਘਰਾਂ 'ਚੋਂ ਨਿਕਲਣਾ, ਕੰਮਾਂ 'ਚੋਂ ਨਿਕਲਣਾ ਥੋੜ੍ਹਾ ਜਿਹਾ ਸਾਡੇ ਲਈ ਔਖਾ ਹੈ। ਤੋ ਆਓ ਸਾਧ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪੌੜੀ ਦਾ ਆਪਾਂ ਹੁਣੇ ਪਾਠ ਕੀਤਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇਹ ਪੌੜੀ ਗੌੜੀ ਰਾਗ ਵਿੱਚ ਜੋ ਵਾਰ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਹੈ, ਉਸ ਵਾਰ ਦੇ ਵਿੱਚ 3 ਨੰਬਰ ਪੌੜੀ 318 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਆਓ ਸਾਧ ਸੰਗਤ ਬੜੇ ਅਦਬ ਨਾਲ ਆਪਾਂ ਇਸ ਪੌੜੀ ਦੀ ਵਿਚਾਰ ਸਾਂਝੀ ਕਰਨੀ ਹੈ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕ ਵਾਰ ਰਲ ਕੇ ਇਸ ਪੌੜੀ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਪਹਿਲਾਂ ਤੇ ਮੇਰੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ, ਅਸੀਂ ਬੜਾ ਲੰਬਾ ਸਫ਼ਰ ਤੈਅ ਕਰਕੇ ਤੁਹਾਡੇ ਕੋਲ ਪਹੁੰਚੇ ਹਾਂ। ਜਿਨ੍ਹਾਂ ਨੂੰ ਮਾਲਕ ਨੇ ਤੰਦਰੁਸਤੀ ਬਖਸ਼ੀ ਹੈ, ਦੇਹ ਅਰੋਗਤਾ ਬਖਸ਼ਿਸ਼ ਕੀਤੀ ਹੈ, ਉਹ ਢੋ ਨਾ ਲਾਓ। ਤੇ ਜਿਹੜੇ ਇਹ ਕਹਿੰਦੇ ਆ ਵੀ ਮੇਰਾ ਥੋੜਾ ਜਿਹੀ ਲੱਕ ਦੀ ਪ੍ਰੋਬਲਮ ਹੈ, ਉਹ ਲਾ ਸਕਦੇ ਆ। ਥੋੜੀ ਸਿੱਧੇ ਹੋ ਕੇ ਬਈਏ। ਅਸੀਂ ਹਿਸਾਬ ਲਾਓ 250-300 ਕਿਲੋਮੀਟਰ ਸਫ਼ਰ ਤੈਅ ਕਰਕੇ ਆਏ, ਤਾਂ ਤੁਹਾਡੇ ਸਾਹਮਣੇ ਰੀੜ੍ਹ ਦੀ ਹੱਡੀ ਸਿੱਧੀ ਹੈ। ਤੇ ਕਈ ਮੇਰੇ ਤੋਂ ਵੀ ਛੋਟੀ ਉਮਰ ਦੇ ਜਿਹੜੇ ਢੋ ਲਾ ਕੇ ਬੈਠੇ, ਤੁਸੀਂ ਵੇਖੋ ਇੱਥੇ ਤੇ ਅਸੀਂ ਐਂ ਬਹਿਣਾ ਇੱਦਾਂ ਵੀ 1.5-2 ਘੰਟੇ ਰੀੜ੍ਹ ਦੀ ਹੱਡੀ ਸਿੱਧੀ ਹੋਵੇ ਤੇ ਮੈਂ ਬਹਿ ਕੇ ਗੱਲ ਕਰ ਸਕਾਂ।
तो इस करके साडा फर्ज बनता थोड़ा सावधान हो के इहो ही गल्लां ने। हुण तां मशीनी युग है, हुण तां 20-20 30-30 40-40 50-50 किले सवेरे कणक दे खलोते हुंदे ने तो शामां नूं वो कट के मंडी जी पहुँच जाते, अगले दिन तूड़ी भी बन जाती। वो पुराना समा सी जदों फले गाए जाते सी, बजुर्गों नूं पता है कदों हवा आउणी ते कदों तूड़ी चों दाणे वक करने। जिन्हों असीं अजोके जिवें सुख कही जाने ना, सुख बड़ा आ गया। सुख साख कोई नहीं हैगा। 5-5 हज़ार की एक परिवार की दवाई आ रही महीने की। पहले परचियां लाइया होंदियां फोन ते भी किन्ने बजे पहुँचिए। इदां ही हो रहा सारा। अज मारो ध्यान साडे समाज में की हो रहा है। किसी घर च 2000 की आई है, किसी घर च 5000 की। कोई टावां परिवार है जिस घर में दवाई नहीं आती। मैनूं लगता इदां दा होना ही कोई नहीं। जदों बंदा किसी रिश्तेदार को जाता, कपड़े पाने बाद कपड़े बाद पैक करता, पहला लिफाफा दवाई वाला रखता भी 2 रात उत्थे रहना, दवाई कित्थों लऊँ उत्थे। बीपी वाधा बीपी घटदा, शुगर है, ये तरह ये चीज़ां कित्थों आईयां। असीं छोटे छोटे काम भी अपने हत्थां दे आप करने शुरू करिए तो असीं सौखे हो सकते हैं। सब्जी किसी शहर में विकण आवे तो गल फबदी है, क्योंकि शहर में कोई ना कोई जगह है नहीं। जे पिंडां में भी सब्जियां वेचण वाले आउण, इहदा अर्थ असीं माड़ी मोटी भी सब्जी लाउण तो पासा वट लिया। जिथे भी साढ़े को जमीन हैगी है, जिथे भी जगह हैगी है, भावें मरला ही कोई वेला, उत्थे भिंडियां खिलार दो, बी खिलार दो। कोई कद्दूआं दी वल, कोई तोरिया, कोई ना कोई चीज़ तुहाडे लागे होऊगा, तुसीं बना लोगे। गल मुकदी ये आ भी इत्थे मरला 2-2 जिन्हां शौक है उन्होंने अपने कोठियां दियां छत्तां ते गमलियां विच भी करेलियां दियां वल्लां ला लियां। तो जिन्होंने नहीं शौक उन्होंने लागे 5-5 मरले उदा ही गल जगह पई आ। तो की कर रहा जी? ताश खेड रहा। की खेड रहा? बोलो जी। ताश खेड रहा। वेखो मेरियां गल्लां इदां दियां होंदियां जी सीधियां भी जे ओह सियाणियां चंगियां बीबियां होण भी तुहानूं असीं चाह दुध पिआउने आ, फड़ो कईयां ते गोडो ते लिया के चंगे बीए ते करेले तरह दे खीरियां दे लाओ। इत्थे कद्दूआं दी कोई वल होगी, 4 कद्दू लगे होणगे ते अपनी 2 डंग दी सब्जी बोलो भैणो बन जूगी। साडा इन्हां कम्मां नूं ध्यान नहीं। साडा किन्हां कम्मां नूं ध्यान? असीं हत्थ ते कुछ कसूर सरकारां दा ते कुछ कसूर साडा, उच्ची बोलो जी, अपना। कुछ सरकारां दा कसूर आ ते कुछ कसूर साडा अपना। जे असीं रल के भी पिंडां तुसीं एक औसतन कड्ढो भी एक पिंड च एक घर जे 100 रुपए की सब्जी आ रही आ, अजे मैं घट कहा 100 तो वध आउंदी आ, हथ लाउण नहीं दिंदी सब्जी, इन्नी महंगी हुंदी है। ਇਹਦਾ अर्थ ਲੱਖਾਂ रुपया की सब्जी एक पिंड ਵਿੱਚ ही रोज़ वरती जा रही है। तो जे असीं ਉਹ रल के अपने काम करने शुरू करिए तो ये तो किसी हथ ਵਿੱਚ नहीं। ਉੱਥੋਂ कितों भी तुसीं बी लै आओ जाके तो लिया के लागे खिलार दिओ, फिर तुहानूं पता होगी खाद घर दी असीं पाई, इहनूं रूड़ी पाई, इहनूं असीं गोहा पाया, ये वधिया चीज़ असीं अपने घर बना सकते हैं। पर गल मुकदी फिर उत्थे आ कि असीं हथ ते हथ धर के बैठे हाँ तो कोई शक्ति लभ रहे हैं, कोई इदां दी शक्ति आवे भी जिहड़ा सानू सारा कुछ ही घरे दे देवे, सानू बनिया बनाता। इदां दा कुछ नहीं होना, सानू आप मेहनत हथी करनी पैनी है। आपां हुणे बड़े प्यार नाल पौड़ी दा पाठ सरवण कीता, अमृत नाम निधान है। सारे बोलो अमृत नाम निधान है। अमृत जिहड़ा नाम वो निधान आ, खजाना वा। ते नाल की आख्या मिल पीवो भाई। हुण जदों अमृत की गल आउंदी आ तो असीं अक्सर एक शब्द बोलते हैं भी मैं अमृत छक लिया। किन्ने साल हो गए? कोई आंदा 15 साल, कोई आंदा 20 साल, कोई आंदा 30 साल। हुण बाणी आंदी अमृत रोज़ पीना, मिल पीवो भाई, रोज़ पीना इनू। अमृत पीवो सदा चिर जीवो, हर सिमरत आनंद अनंता। हुण बाणी आंदी सदा अमृत पीना है। जिहड़ा शरीर ने खंडे की पौ लैनी वो लैनी एक बार, जिहड़ा मन ने अमृत छकना रोज़ ही पीना। वो नितनेम के रूप च, सहज पाठ के रूप च, कथा के रूप च, कीर्तन के रूप च साडे मन ने रोज़ ही अमृत पीना। हुण आपां सारे की पी रहे हैं? कन्नां राहीं सारे बोलो अमृत पी रहे हैं। साडे कन्नां च कोई गुरु की सिक्ख्या जाऊगी, असीं उह ते अमल करांगे, समझ लो असीं अमृत पी लिया। तो जहर भी बंदा इदां ही पींदा। जो तुहाडे कंन विच कोई माड़ी गल पाउंदा, तुसीं उस गल ते अमल कर लैंदे। जे घर पाट जांदा, किसी ने भरा की चुगली करती, घर पाट गया, फुट पैगी, जहर पी लिया। हुण ये साडे ते डिपेंड करदा असीं जहर पीना कि असीं
ਅੰਮ੍ਰਿਤ ਪੀਣਾ। ਇੱਕ ਤੇ ਆਪਣੇ ਮੋਬਾਈਲ ਫੋਨ ਦੀ ਰਿੰਗ ਬੰਦ ਕਰ ਦਿਓ, ਜਿੰਨਾ ਕੁ ਸਮਾਂ ਗੁਰੂ ਦੀ ਗੋਚ ਬਹਿਣਾ, ਵੀ ਮੋਬਾਈਲ ਦੀ ਰਿੰਗ ਨਾ ਗੁਰੂ ਦੀ ਗੋਚ ਵੱਜੇ, ਕਿਉਂਕਿ ਸਮਾਂ ਆਪਣੇ ਕੋਲ ਓਨਾ ਕਾ। ਤੁਸੀਂ ਵੀ ਆਪੋ ਆਪਣੇ ਕੰਮਾਂ ਨੂੰ ਸੰਕੋਚ ਕੇ ਇੱਥੇ ਪਹੁੰਚੇ ਜੇ। ਆਓ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੀਏ, ਦੁਬਾਰਾ ਨਾ ਕਹਿਣਾ ਪਵੇ। ਬਣਦੀਆਂ ਤੁਕਾਂ ਸਾਰੇ ਰਲ ਕੇ ਪੜੋ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ। ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ। ਮਿਲ ਪੀਵੋ ਪਾਈ, ਮਿਲ ਪੀਵੋ ਪਾਈ। ਮਿਲ ਪੀਵੋ ਪਾਈ, ਮਿਲ ਪੀਵੋ ਪਾਈ। ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ। ਮਿਲ ਪੀਵੋ ਪਾਈ, ਮਿਲ ਪੀਵੋ ਪਾਈ। ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ। ਜਿਸ ਸਿਮਰਤ ਸੁਖ ਪਾਈਐ, ਜਿਸ ਸਿਮਰਤ ਸੁਖ ਪਾਈਐ। ਸਭ ਤਿਖਾਂ 부ਝਾਈ, ਸਭ ਤਿਖਾਂ 부ਝਾਈ। ਕਰ ਸੇਵਾ ਪਰ ਬ੍ਰਹਮ ਗੁਰ, ਕਰ ਸੇਵਾ ਪਰ ਬ੍ਰਹਮ ਗੁਰ। ਭੁਖ ਰਹਿ ਨ ਕਾਈ, ਭੁਖ ਰਹਿ ਨ ਕਾਈ। ਸਗਲ ਪਦਾਰਥ ਪੁੰਨਿਆ, ਸਗਲ ਪਦਾਰਥ ਪੁੰਨਿਆ। ਅਮਰਾ ਪਦ ਪਾਈ, ਅਮਰਾ ਪਦ ਪਾਈ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਤੁਧ ਜੇਵੜ ਤੂੰ ਹੈ ਪਾਰ ਬ੍ਰਹਮ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਤੁਧ ਜੇਵੜ ਤੂੰ ਹੈ ਪਾਰ ਬ੍ਰਹਮ। ਨਾਨਕ ਸ਼ਰਨਾਈ, ਨਾਨਕ ਸ਼ਰਨਾਈ। ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ। ਮਿਲ ਪੀਵੋ ਪਾਈ, ਮਿਲ ਪੀਵੋ ਪਾਈ। ਸਤਿਗੁਰੂ ਜੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਇਸ ਪਾਵਨ ਪੌੜੀ ਦੁਆਰਾ ਸਿੱਖਿਆ ਦੇ ਰਹੇ ਨੇ। ਅੰਮ੍ਰਿਤ ਨਾਮ ਨਿਧਾਨ ਹੈ, ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਅੰਮ੍ਰਿਤ। ਕੀ ਕਰੋ? ਮਿਲ ਪੀਵੋ ਭਾਈ, ਇਹਨੂੰ ਮਿਲ ਕੇ ਪੀਵੋ। ਜਿਵੇਂ ਤੁਸੀਂ ਪਾਣੀ ਪੀਂਦੇ ਹੋ, ਚਾਹ ਪੀਂਦੇ ਹੋ, ਦੁੱਧ ਪੀਂਦੇ ਹੋ, ਇਹ ਅਸੀਂ ਆਪਣੇ ਮੂੰਹ ਨਾਲ ਲਾ ਕੇ, ਚੀਕ ਲਾ ਕੇ, ਕੁੱਟ-ਕੁੱਟ ਕਰਕੇ ਆਪਣੇ ਅੰਦਰ ਲਗਾਉਣੇ। ਇਹ ਅੰਮ੍ਰਿਤ ਕਿੱਦਾਂ ਪੀਤਾ ਜਾਣਾ ਹੈ? ਇਹ ਅੰਮ੍ਰਿਤ ਕੰਨਾਂ ਰਾਹੀਂ, ਇਹ ਅੰਮ੍ਰਿਤ ਅੱਖਾਂ ਰਾਹੀਂ,
पीता जाना है। किदां पीता जाना है? हुण तुसीं अज जो गल सुन रहे हो ये कन्नां राहीं तुहाडे अंदर जा रही है। जदों कन्नां राहीं ये गल अंदर टिक गई, इहदा असर जुबान ते होना है। कन्नां दा संबंध जुबान नाल बड़ा डूंघा है। तुसीं वेखिया होएगा जिहड़े बच्चे सुन नहीं सकदे, वो बोल भी नहीं सकदे, वो गूंगे भी हुंदे आ ते बहरे भी हुंदे, क्योंकि जुबान बोलदी वो है जो कन्नां ने पहलां सुनिया हुंदा है। गुरु अमरदास महाराज जी का आनंद साहब की बाणी च वाक है, ए सरवणो मेरियो सच है सुनना। सारे बोलो जिन्होंने बाणी आती है, ए सरवणो मेरियो सच है सुनना नो पठाए। सच है सुनना नो पठाए शरीर लाए। तुहानू शरीर नाल क्यों लाया है? ये सवालिया चिन्ह। सुनो सत बाणी, जित सुनी मन तन हरिया हुआ, रसना रस समानी। हुण कन्ना ने सुनिया सच ते रस रसना च आ गया। जे बंदे दे कन्ना ने बाणी सुनी नहीं, हुण आपां गल कहने आ सतगुर दी बाणी जिहड़ी है ये सानू जीवन बख्शिश करदी है। पहला प्यारिओ गल नूं सुनिया जांदा, मन्निया बाद भी जांदा। जदों बाणी नूं आपां पढ़दे हां, हुण आवो सिख सतगुरु के प्यारिओ गावो सच्ची बाणी। जुबान ने बाणी नूं गाउणा है, कन्नां नाल बाणी ने सुनना है। सुन तो बाद गल अगली आएगी मन्नण दी। हुण मारो आपो अपने परिवारां 'च ध्यान। अजे तां सिख कौम के बड़े वड्डे हिस्से ने अपने सतगुर की गल नूं ध्यान नाल सुनिया भी नहीं। पाठी सिंह दिन पाठ कर रहा हुंदा, जिन्हां लई बाणी पढ़ी जा रही है वो बाणी सुनने लई तैयार ही है नहीं। दस दो 10 मिनट बहने अद्धा घंटा बहने। इसे करके सब तो वध जोर देना चाहिए सानू सहज पाठ की, भी हर एक सिख का निरंतर सहज पाठ जारी रहे। तुसी 1 अंक रोज़ पढ़ो, 2 अंक पढ़ो, 3 पढ़ो, सफ़र करदियां पढ़ो, घर बह के पढ़ो, तुरदियां फिरदियां पढ़ो, ये तुहाडी अपनी मर्जी है। जिवें रोटी असी अपने लिए खाने, अज तक कोई बंदा वेख्या भी रोटी किसी लिए दूजा खांदा होवे? बंदे नूं भुख थोड़ी है, बंदे नूं भुख ज़्यादा। रोटी अपने लिए आप खानी पैंदी है, इशनान अपने लिए आप करना पैंदा। सासन जी हंगारा दे जाओ जी, मेरे को कल्ले कथा नहीं हुंदी, तुहानूं नाल हंगारा देना पैना। इदां पता लगदा जिवें, क्योंकि साडी समस्या ये है कि असी बाणी खुद आप नहीं पढ़ी। तुसीं वेखो किसी कलाकार का गाना आवे, असी गाने सुन सुन के साडे लोकां नूं याद हो जाते हैं। तो बाणी तो किन्ने साल पहला सतगुर ने उच्चारण की है। तो मैनूं लगदा कोई पिंड पंजाब का ऐसा नहीं होना जिथे हर दिन अखंड पाठ ना चलता हो। कई बार तो 2-2 भी चलते हैं, तो कई बार हार के नियाणिਆਂ ਨੂੰ कहना पैंदा भी साडे एग्जाम चलते आ, जाके गुरुद्वारे कही जाओ, गुआढ़ियां नूं कही जाओ कि अपने स्पीकर थोड़ा जिहा बंद कर लो। कई बार तो साडे पिंडां दे हालात इदां बन जाते जिवें लड़ाई नहीं हो रही हुंदी। उन्होंने साडे वालों स्पीकर किया, असीं उन्हां वालों कीता, ते सुण कोई भी नहीं दिया। बाणी अपने लिए आ, बाणी साडे लिए आ, असीं अपने लिए पढ़नी। हुण जिवें समागम हो रहा, जिन्हें सुनना उन्हें आपे गुरुद्वारे आ जाना है, जिन्हें नहीं सुनना उस तुसीं धक्के नाल थोड़ा सुना सकते। हुण स्कूल च बच्चा पढ़दा, कभी इदां होया भी आपां कह दईए जिन्ने कि स्कूले बच्चे आ गए बाकी ठीक है, बाकियां लई स्कूल की छत ते एक मैक स्पीकर ला दिओ ते जिहड़े बाकी बच्चे पिंड च सुन लैण। इदां हुंदा कदी? वो कहंदा नहीं, जिन्हें पढ़ना वो स्कूले आपे आ जी। इहदा अर्थ आ भी सानूं चाहीदा सिस्टम इदां दा भी जिन्हें सुनना वा समझना वा वो गुरुद्वारा साहिब आ जाए। तुसीं धक्के नाल किसी नूं ना सुनाओ। साडे वाल वेख वेख के अगले जगराते भी कर लग पे रात नूं। जदों आपां उन्हां नूं रोकण जाने वो कहंदे तुहाडे भी समागम रात नूं 12-12 वजे जदों हुंदे आ, तुसीं धक्के नाल स्पीकर साडे वाल करदे जी। सिर्फ पंडाल दे अंदर अंदर उन्ने थां ते जिथे आपां बैठे आ उथों तक आवाज़ जावे ताकि साडे अपने विचारां नाल किसी नूं प्रॉब्लम ना होवे। इत्थों फिर गल अगे वध गई, गाणियां दा काम भी शुरू हो गया। तां ही पैलसां च कन पाड़वी आवाज़ चलदी है, उत्थे ना तुसीं किसी नूं रोक सकदे हो। वो गल कितों शुरुआत हुई। तो खैर जिहड़ी मैं बेनती कर रहा, पहला कन गल सुनते आ, उहदा असर जुबान ते हुंदा है। तुसीं वेखो जिन्हां घरां च गाल कोई कढ़दा नहीं, जदों गाल किसी ने सुनी नहीं तो गाल कढ़ू कित्थों? जिन्हां परिवारां च वड्डे गालां कढ़दे उत्थे बच्चे भी कढ़दे।
क्योंकि वड्डियां कोलों बच्चों के कन्नां 'च गईयां, कन्नां 'च जान करके किते ना किते उन्होंने बच्चों के मूँह चों भी गाल निकल जाती है, माड़ा शब्द बोल। हुण जिस परिवार 'च झूठ कोई नहीं बोलता, जिस परिवार 'च कोई झूठ नहीं बोलता, उत्थे बच्चे भी नहीं बोलते। जिथे झूठ बोलन के आदी ने उत्थे तुसीं लख यतन कर लो, किसी नूं सच बोलन की प्रेरणा दिलों नहीं गल बननी। तुहानूं समुचता दे विच सारा परिवार का ढांचा हो जिहा बनाउणा पैणा। तो इत्थे हुण सतगुरु जी कहंदे ने अंमृत नाम निधान है, मिल पीवो भाई। मिल के इस नाम अंमृत नूं पीवो। ये तरीके वखरे वखरे। रोजाना सहज पाठ करो, समझ के करो, अपने मन की संगत शब्द गुरु के ज्ञान नाल बिताओ। जदों तुहाडा मन गुरु की विचार नाल दिन रात रहेगा तो मन की नवें सिरों घाड़त घड़ी जाएगी, नवें सिरों मन घड़िया जाएगा। सतगुर ने पावन उपदेश बख्शिश किया, गुर के शब्द बनावो ये मन। गुरु के शब्द द्वारा ये मन बनेगा। क्योंकि मन कोई दसन वाली चीज थोड़ा है, मन ते विचारां दा संग्रह है। जिद्दां दे बंदे दे मन विचार ने उदां दा बंदे दा मन है। जदों साडे विचार गुरु वाले होए, अज गुरु वाले विचार है नहीं गे। अज तुसीं वेखो नदियां ते खलो के नारियल सुट्टे जा रहे हैं, टूणे कीते जा रहे हैं, वहम भरम पखंड, बच्चा बीमार रहे, घर च मझ दुध ना देवे, घर च कोई कष्ट आ जाए, साडे दिमाग च एकदम ख्याल जाता किसी ने कुछ कर दिता है, ओदी निगाह माड़ी है। ये वहम साडे परिवारां च आम चलते हैं। क्यों? क्योंकि असी अमृत पीता ही नहीं। साडे ताने ककार पाले 20-15 साल पहला, पर मन ने अमृत पीता ही नहीं। हुण इत्थे शब्द है अमृत नाम निधान है, मिल पीवो भाई। अगे जिस सिमरत सुख पाई है सब तिखा बुझाई। अज सुख क्यों नहीं हैगा बंदे कोल? क्योंकि सिमर गलत रहा। सिमरन कर रहा वा, पर सिमरन गलत चीज़ का कर रहा। सिमरन हर बंदा कर रहा। पोलिटिकल बंदा राजनीतिक पार्टियां का सिमरन करी जाता है। उन्होंने सौंदियां जागदियां उठदियां बहिंदियां अपनी पार्टी तो बिना दूजा झंडा, उच्ची बोलो, दिसदा ही नहीं। जेड़े बच्चे ने बाहर जाना उन्होंने सुपना भी जहाज दा आउंदा, उठदा भी जहाज, सौंदा भी जहाज ते जागदियां भी जहाज। हुण जिहदा विआह जिहनूं दाज च गड्डी चाहीदी आ, वो सिमरन गड्डी दा करी जांदा। सानू हुण सिमरन ते हर बंदे दा मन कर रहा, पर सिमरन गलत हो रहा। हर बंदा जेड़ा बंदा जिथे जुड़िया होया उहदा सिमरन करी जा रहा है। वकारी बंदा वकारां दा सिमरन करी जांदा, नशेड़ी बंदा हुण जिहदा नशा मुक्या वो किहदा सिमरन करदा भला? उन्होंने फिक्र पिया होया भी अज मैं कर लिया कल कित्थों करना। उन्होंने 24 घंटे उसकी सुरत उत्थे टिकी हुई है। हुण इत्थे शब्द वरतिया है अमृत नाम निधान है, मेल पीवो भाई। जिस सिमरत, जिन्हों सिमरन दे नाल, सिमरन का अर्थ की है? अपनी जीवन शैली का हिस्सा बना लेना, अपने जीवन का हिस्सा बना लो चंगियाई ने। जिस सिमरत सुख पाई है। हुण फर्क यह है, जे असी गुणा नूं सिमरांगे, गुणा मुताबक जीवन जीवांगे तो सुख प्राप्त होगा, तो अवगुणा का सिमरन करांगे तो दुख प्राप्त होएगा। अज बंदा चाहता सुख है तो अपनी जिंदगी च अवगुणों कढ़ण नूं तैयार नहीं है। तुसी किसी बंदे नूं उहदे अवगुण दसो, झट गुस्सा करदा, कहंदा तू कौन होना मैनूं मेरी गलती दसन वाला? बई मेरे विच ये अवगुण किदां हैगा? गुरु पातशाह की बाणी कहती है तुहाडा सब तो वड्डा मित्र है जिहड़ा तुहानूं तुहाडे जिंदगी विच कोई कमजोरी दसदा है। बाणी दा वाक है भगत कबीर, गुर दिखलाई मोरी जित मिर्ग पड़त है चोरी। मोरी का अर्थ पता कि वीकनेस, कमजोरी। गुरु ग्रंथ साहब जी की विलखणता की भला? साडे गुरु की विलखणता की? गुरु जी सानू साडी कमजोरी दसदे आ, तेरी आ कमजोरी है, इस कमजोरी को दूर कर ला, तेरे वर्गा तो बंदा ही कोई नहीं है। तो जेड़ा बंदा जो इस कमजोरी, हुण कमजोरी की आ? लालच, कमजोरी काम वासनावां। आपां जदों आपां वेखदे आपां वे फलाने बंदे की आ कमजोरी है। पोलिटिकल बंदे किदां नापदे आ? उहदी कमजोरी फड़दे पहलां उहनूं। जिवें हाथी के सिर ते सवार होने लई पहलां हाथी दे बारे पूरी नॉलेज लैंदा भी इहदी कमजोरी की आ, ये कामी आ। नकली हथनी का ढांचा तैयार करता तो उसकी कमजोरी फड़ के वो सिर पर सवार हो जाता।
जे ਉਹਦੀ ਕਮਜ਼ੋਰੀ ਨਾ ਹੁੰਦੀ ਉਹਦੇ ਸਿਰ ਤੇ ਕੋਈ ਸਵਾਰੀ ਕਰ ਸਕਦਾ ਸੀ। ਇਦਾਂ ਹੀ ਇਨਸਾਨ ਦੇ ਜੀਵਨ 'ਚ ਕਮਜ਼ੋਰੀਆਂ ਹੈਗੀਆਂ ਤੇ ਪਤਾ ਹਰ ਇੱਕ ਨੂੰ ਹੈਗਾ ਕਿ ਮੇਰੇ ਜੀਵਨ 'ਚ ਆ ਕਮਜ਼ੋਰੀ ਹੈ। ਕਾਮ ਵਾਸ਼ਨਾਵਾਂ ਕਮਜ਼ੋਰੀ ਹੈ, ਲਾਲਚ ਕਮਜ਼ੋਰੀ ਹੈ, ਕ੍ਰੋਧ ਕਮਜ਼ੋਰੀ ਹੈ, ਮੋਹ ਕਮਜ਼ੋਰੀ ਹੈ। ਕਮਜ਼ੋਰੀਆਂ ਨੇ। ਗੁਰੂ ਸਾਹਿਬ ਜੀ ਸਾਨੂੰ ਇਹ ਕਮਜ਼ੋਰੀਆਂ ਦੀ ਸਿੱਖਿਆ ਦਿੰਦੇ ਆ। ਕਹਿੰਦੇ ਗੁਰ ਦਿਖਲਾਈ ਮੋਰੀ। ਗੁਰੂ ਜੀ ਨੇ ਸਾਨੂੰ ਉਹ ਮੋਰੀ ਵਿਖਾਤੀ। ਹੁਣ ਇਹਨੂੰ ਸੌਖਾ ਸਮਝੋ। ਇੱਕ ਬੰਦਾ ਆਪਣੇ ਘਰੋਂ ਤੁਰਿਆ, ਉਹਦੇ ਪੰਜਾਬੇ ਨੂੰ ਕਿਤੇ ਤੁੰਬ ਲੱਗੀ ਸੀ, ਉਹਨੇ ਵੇਖੀ ਨਹੀਂ। ਰਾਹ 'ਚ ਜੇ ਘਰੋਂ ਨੇ 10 ਕਦਮ ਪੁੱਟੇ ਤੇ ਗਲੀ 'ਚ ਕਿਸੇ ਬੰਦੇ ਨੇ ਵੇਖ ਲਿਆ ਵੀ ਬੰਦੇ ਨੇ ਕਮੀਜ਼ ਪਜਾਮਾ ਵਧੀਆ ਪਾਇਆ ਨਵਾਂ, ਪਰ ਹੋ ਸਕਦਾ ਇਹਨੂੰ ਪਤਾ ਨਾ ਹੋਵੇ। ਉਹਨੇ ਕਿਹਾ ਤੇਰਾ ਗੋਡੇ ਤੋਂ ਮਾੜਾ ਜਿਹਾ ਪਜਾਮਾ ਫਟਿਆ। ਦੱਸਣ ਵਾਲੇ ਨੇ ਨੁਕਸਾਨ ਕੀਤਾ ਕਿ ਫਾਇਦਾ? ਬੋਲ ਕੇ ਦੱਸਿਓ ਭਲਾ। ਬੋਲੋ ਭਾਈ, ਫਾਇਦਾ ਕੀਤਾ ਨਾ। ਵੀ ਅਜੇ ਘਰ ਤੋਂ 10 ਕਦਮ ਗਿਆ, ਵਾਪਸ ਮੁੜ ਕੇ ਆਏਗਾ, ਬਦਲ ਕੇ ਹੋਰ ਪਾ ਲੇਗਾ, ਇੱਥੋਂ ਰਫੂ ਹੋ ਜਾਊਗਾ। ਤੇਰਾ ਕਮੀਜ਼ ਪਜਾਮਾ ਸਹੀ ਹੈ, ਫਟਿਆ, ਉਹਨੇ ਦੱਸ ਦਿੱਤਾ ਨਾ, ਭਲਾ ਕੀਤਾ ਨਾ। ਤੇ ਜੇ ਉਹ ਕਹਿੰਦਾ ਆਪਾਂ ਨੂੰ ਕੀ, ਸ਼ਹਿਰ ਚੱਲਿਆ ਆਪੇ ਫਟਿਆ ਹੋਵੇ, ਆਪਾਂ ਕੀ ਲੈਣਾ ਇਹ 'ਚੋਂ? ਉਹਨੇ ਫਾਇਦਾ ਕੀਤਾ ਨਾ। ਤੇ ਬੰਦੇ ਨੇ ਵੀ ਸੋਚਿਆ, ਆਂਦਾ ਧੰਨਵਾਦ ਭਾਈ, ਤੂੰ ਮੈਨੂੰ ਮੇਰੇ ਕੱਪੜੇ ਬਾਰੇ ਗਿਆਨ ਦਿੱਤਾ ਵੀ ਇੱਥੋਂ ਤੇਰਾ ਕੱਪੜਾ ਫਟਿਆ ਹੋਇਆ। ਤੇਰਾ ਧੰਨਵਾਦ ਭਾਈ, ਤੂੰ ਮੈਨੂੰ ਗਿਆਨ ਦੇ ਦਿੱਤਾ, ਤੂੰ ਮੈਨੂੰ ਨੌਲੇਜ ਦਿੱਤੀ, ਤੇਰਾ ਧੰਨਵਾਦ। ਜੇ ਕੱਪੜੇ ਫਟੇ ਦਾ ਸਾਨੂੰ ਕੋਈ ਦੱਸ ਦੇਵੇ, ਅਸੀਂ ਧੰਨਵਾਦ ਕਰਦੇ ਹਾਂ। ਜਦੋਂ ਗੁਰੂ ਸਾਹਿਬ ਸਾਨੂੰ ਦੱਸਦੇ ਵੀ ਤੇਰੇ ਵਿੱਚ ਲਾਲਚ ਹੈ, ਇਸ ਲਾਲਚ ਨੇ ਤੇਰੇ ਪਰਿਵਾਰ ਦੀ ਜਖਣਾ ਪੱਟ ਦਿੱਤੀ, ਤੇਰੇ ਪਰਿਵਾਰ ਦੀ ਐਸ ਕਾਮ ਵਾਸ਼ਨਾਵਾਂ ਨੇ ਜਖਣਾ ਪੱਟਤੀ, ਤੇਰੇ ਪਰਿਵਾਰ 'ਚ ਵਧੇ ਹੋਏ ਤੇਰੇ ਮੋਹ ਨੇ ਤੇਰੇ ਪਰਿਵਾਰ ਦਾ ਸਤਿਆਨਾਸ਼ ਮਾਰਤਾ। ਉਦੋਂ ਅਸੀਂ ਸਮਝਣ ਦੀ ਬਜਾਏ ਗੁੱਸਾ ਕਿਉਂ ਕਰਦੇ? ਉਦੋਂ ਅਸੀਂ ਗੁੱਸਾ ਕਰ ਜਾਂਦੇ। ਉਦੋਂ ਕਹਿੰਦੇ ਹੈ ਮੈਨੂੰ ਇਹ ਗੱਲ ਕਿਉਂ ਆਖੀ? ਜੇ ਅਸੀਂ ਇਹ ਸੋਚੀਏ ਵੀ ਨਹੀਂ ਸਤਿਗੁਰ ਨੇ ਸਾਡਾ ਭਲਾ ਕੀਤਾ, ਵੀ ਅਸੀਂ ਸਤਿਗੁਰ ਦਾ ਤਾਂ ਹੀ ਤੇ ਬਾਣੀ 'ਚ ਆਖਿਆ ਸੀ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਸਾਨੂੰ ਭੁੱਲਿਆਂ ਜਾਂਦਿਆਂ ਨੂੰ, ਕੁਰਾਏ ਪਿਆਂ ਨੂੰ ਸਾਡੇ ਗੁਰੂ ਜੀ ਨੇ ਸਿੱਧੇ ਮਾਰਗ ਤੇ ਪਾਤਾ, ਸਿੱਧੇ ਰਸਤੇ ਪਾਤਾ। ਅਸੀਂ ਉਲਝੇ ਫਿਰਦੇ ਸੀ, ਅਸੀਂ ਟੇਢੇ ਮੇਢੇ ਰਸਤਿਆਂ ਤੇ ਪਏ ਹੋਏ ਸੀ। ਸਾਡੇ ਗੁਰੂ ਨੇ ਸਾਨੂੰ ਬਾਹੋਂ ਫੜ ਕੇ ਸਿੱਧੇ ਰਸਤੇ ਪਾਤਾ। ਐਵੇਂ ਉਲਝਣਾ, ਆ ਸਿੱਧਾ ਰਸਤਾ ਹੀ, ਅੱਖਾਂ ਮੀਟ ਕੇ ਇਸ ਰਸਤੇ ਤੇ ਤੁਰਿਆ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ ਗੁਰ ਦਿਖਲਾਈ ਮੋਰੀ। ਗੁਰੂ ਨੇ ਉਹ ਰਸਤਾ ਵਿਖਾਤਾ ਜਿਤ ਮਿਰਗ ਪੜਤ ਹੈ ਚੋਰੀ। ਉਹ ਮਿਰਗ ਕਿਹੜੇ ਆ? ਹੁਣ ਅੱਖਾਂ ਰਾਹੀਂ ਪਰਾਇਆ ਰੂਪ ਤੱਕਣ ਦਾ ਬੰਦੇ ਨੂੰ ਇਹ ਮਾੜੀ ਆਦਤ ਹੈ। ਕੰਨਾਂ ਨਾਲ ਮਾੜਾ ਸੁਣਦਾ, ਜ਼ੁਬਾਨ ਗਲਤ ਬੋਲਦੀ ਹੈ, ਪੈਰ ਗਲਤ ਰਸਤੇ ਤੇ ਤੁਰਦੇ ਨੇ। ਇਹ ਰਸਤੇ ਨੇ ਜਿੱਧਰ ਦੀ ਮਿਰਗ ਪ੍ਰਵੇਸ਼ ਕਰਦੇ। ਕਹਿੰਦੇ ਹੁਣ ਕੀ ਹੋ ਗਿਆ? ਗੁਰੂ ਨੇ ਦੱਸਿਆ ਤੇ ਬੰਦੇ ਨੇ ਆਪਣਾ ਫਾਇਦਾ ਕਰ ਲਿਆ। ਮੂੰਦ ਲਈਏ ਦਰਵਾਜ਼ੇ, ਇਹਨੇ ਉਹ ਦਰਵਾਜ਼ੇ ਬੰਦ ਕਰ ਦਿੱਤੇ, ਉਹ ਰਸਤੇ ਆਪਣੇ ਆਪ ਬੰਦ ਕਰ ਦਿੱਤੇ। ਤੇ ਬਾਜੀ ਲੈ ਅਨਹਦ ਬਾਜੇ, ਜਿਹੜਾ ਅੰਦਰ ਆਨੰਦ ਨਹੀਂ ਸੀ ਨਾ ਆਉਣ ਦਿੰਦੇ, ਸੁੱਖ ਨਹੀਂ ਸੀ ਬੰਦੇ ਨੂੰ ਆਉਣ ਦਿੰਦੇ, ਇਹ ਦਰਵਾਜ਼ਾ ਬੰਦ ਕਰਨ ਦੀ ਦੇਰ ਸੀ, ਬੰਦੇ ਦਾ ਜੀਵਨ ਸੁੱਖ ਨਾਲ ਭਰ ਗਿਆ। ਪਿਆਰਿਓ, ਇੱਕ ਗੱਲ ਦਾ ਖਿਆਲ ਰੱਖਿਓ, ਹਰ ਬੰਦੇ ਦੇ ਕੋਲ ਸੁੱਖ ਹੈਗਾ, ਪਰ ਸੁੱਖ ਮਹਿਸੂਸ ਕਿਉਂ ਨਹੀਂ ਹੁੰਦਾ? ਕਿਉਂਕਿ ਅੰਦਰ ਸ਼ੋਰ ਸ਼ਰਾਬਾ ਵਾ, ਅੰਦਰ ਰੌਲਾ ਪਿਆ ਹੋਇਆ, ਅੰਦਰ ਝਗੜਾ ਵਾ। ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਸ਼ੇਖਾ ਅੰਦਰੋਂ, ਉੱਥੇ ਬਾਹਰੋਂ ਨਹੀਂ ਕਿਹਾ, ਅੰਦਰੋਂ ਜ਼ੋਰ ਛੱਡ ਤੂੰ। ਹੁਣ ਮੋਦੀ ਦੇ ਅੰਦਰ ਦਾ ਝਗੜਾ ਬਾਹਰ ਆ ਰਿਹਾ ਕਿ ਨਹੀਂ ਆ ਰਿਹਾ? ਝਗੜਾ ਅੰਦਰ ਦਾ ਨਾ, ਵੀ ਮੈਂ ਸਾਰੀ ਦੁਨੀਆ, ਜਿਵੇਂ ਸਿਕੰਦਰ ਕਹਿੰਦਾ ਸੀ ਸਾਰੀ ਦੁਨੀਆ ਤੇ ਮੇਰੇ ਨਾਂ ਦਾ ਸਿੱਕਾ ਚੱਲੇ। ਇੱਧਰ ਉਹ ਇਹ ਚਾਹੁੰਦੇ ਨੇ ਵੀ ਸਿਰਫ ਮੇਰੇ ਰਾਹੀਂ ਜਿਹੜੇ ਅਮੀਰ ਘਰਾਣੇ ਉਹਨਾਂ ਦਾ ਹੀ ਕਾਰੋਬਾਰ ਚੱਲੇ, ਬਾਕੀ ਦੁਨੀਆ ਪਵੇ ਠੱਠੇ ਖੂਜ, ਮੈਂ ਦੁਨੀਆ ਤੋਂ ਕੀ ਲੈਣਾ। ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਰਾਜ ਸਦਾ ਦੁਨੀਆ ਤੇ ਇੱਕ ਦਾ ਨਹੀਂ ਰਹਿੰਦਾ, ਇਹ ਰਾਜ ਸਦਾ ਨਹੀਂ ਰਹਿੰਦਾ। ਇੱਥੇ ਪਹਿਲਾਂ ਕਿੰਨੇ ਬਾਦਸ਼ਾਹ ਆਏ, ਉਹ ਚਲੇ ਗਏ। ਇੱਥੇ ਤਾਂ ਤੂੰ ਤੇ ਕੀਤੇ ਕੱਖ ਨਹੀਂ, ਤੇਰੇ ਤੋਂ ਅਗਾਂਹ ਤੁਰਨ ਵਾਲੇ ਵੀ ਹੈਗੇ ਸੀ, ਜਿਨ੍ਹਾਂ ਪਿੰਜਰਿਆਂ 'ਚ ਵੀ ਬੰਦ ਕਰ ਲਿਆ, ਤੱਤੀਆਂ ਤਵੀਆਂ ਤੇ ਵੀ ਬਿਠਾ ਲਿਆ, ਦੇਗਾਂ 'ਚ ਉਬਾਲੇ ਵੀ ਦੇ ਦਿੱਤੇ, ਆਪਣੇ ਨਾਂ ਦਾ ਸਿੱਕਾ ਚਲਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ। ਲੱਭੋ ਅੱਜ ਕਿੱਥੇ ਨੇ, ਲੱਭੋ ਅੱਜ ਇਤਿਹਾਸ ਦੇ ਪੰਨਿਆਂ ਤੇ ਲੱਭ ਕੇ ਵੇਖੋ ਕਿੱਥੇ ਨੇ। ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰਤਾ, ਭਰਾਵਾਂ ਦੇ ਉੱਤੇ ਕਸ਼ਟ ਕੀਤੇ। ਤੂੰ ਇਹ ਸਮਾਂ ਹੈ, ਘਬਰਾਉਣ ਦੀ ਲੋੜ ਨਹੀਂ, ਇਹ ਮੌਕਾ ਮਿਲਿਆ ਹੈ। ਕਈ ਵਾਰੀ ਨਾ ਬੰਦੇ ਨੂੰ ਆਪਣੀ ਤਾਕਤ ਦਾ ਨਹੀਂ ਪਤਾ ਹੁੰਦਾ, ਤਾਕਤ ਵੀ ਉਦੋਂ ਪਰਖੀ ਜਾਂਦੀ ਜਦੋਂ ਅੱਗੇ ਕੋਈ ਮੁਕਾਬਲਾ ਪੈਂਦਾ ਹੈ। ਇਹ ਤਾਂ ਹੁਣ ਤਾਕਤ ਦਾ ਪਤਾ ਲੱਗਾ, ਰਲ ਕੇ ਤੁਰੇ ਆ। ਲੰਗਰ ਤੇ ਸੇਕ ਕੌਮ ਅੱਗੇ ਵੀ ਬੜਾ ਲਾਉਂਦੀ ਸੁਖਨਾ, ਹੁਣ ਜੋ ਤੁਰੇ ਅਸੀਂ ਵੇਖਦੇ ਹੀ ਆ ਰਹੇ ਕਿੰਨੇ ਲੰਗਰ ਲੱਗੇ ਨੇ, ਕੋਈ ਇੱਕ ਲੰਗਰ ਲੱਗਾ, ਥਾਂ ਥਾਂ ਤੇ ਲੰਗਰ ਲੱਗੇ ਨੇ। ਇਹ ਤਾਂ ਪਰਖ ਦੀ ਘੜੀ ਆ ਆਪਣੇ ਵਾਸਤੇ ਬੜੀ ਵੱਡੀ।
ਤੇ ਇਹਦਾ ਸਿਹਰਾ ਵੱਜਾ ਹੈ ਸਾਡੀ ਕੌਮ ਦੇ। ਹੁਣ ਅੱਤ ਦੀ ਸਰਦੀ ਦੇ ਵਿੱਚ ਅਗਲੇ ਦਿੱਲੀ ਵੇਖਣ ਆਉਂਦੇ ਸੀ ਵੀ ਅਸੀਂ ਆਪਣੇ ਰੂਮਾਂ ਵਿੱਚ ਵੀ ਹੀਟਰ ਲਾ ਕੇ ਬੈਠੇ, ਇੱਥੇ ਵੀ ਠੰਡ ਲੱਗੀ ਜਾਂਦੀ ਹੈ, ਇਹ ਟਰਾਲੀਆਂ 'ਚ ਕਿੱਦਾਂ ਰਾਤਾਂ ਕੱਟੀ ਜਾਂਦੇ ਨੇ। ਹੁਣ ਉਹਨੂੰ ਇਹ ਨਹੀਂ ਪਤਾ ਵੀ ਇਹ ਉਹ ਕਿਸਾਨ ਆ ਜਿਹੜੇ ਕਣਕਾਂ ਨੂੰ ਹੱਥੀਂ ਪਾਣੀ ਵੀ ਲਾਉਂਦੇ ਆ। ਜੇ ਮਾੜਾ ਜਿਹਾ ਠੰਡ ਲੱਗਦੀ ਹੈ ਤੇ ਜਿਹੜਾ ਖਾਲ 'ਚੋਂ ਪਾਣੀ ਆ ਰਿਹਾ ਉਹ 'ਚ ਲੱਤਾਂ ਲਮਕਾ ਕੇ ਬਹਿ ਜਾਂਦੇ ਆ। ਮਾੜੀ ਮੋੜ ਕਣਕਾਂ ਵੇਲੇ ਹੁਣ ਤਾਂ ਸਿਸਟਮ ਹੋਰ ਆ ਗਿਆ, ਹੁਣ ਤਾਂ ਆਟੋਮੈਟਿਕ ਸਿਸਟਮ ਆ ਗਿਆ, ਆਪਣੇ ਆਪ ਬੰਬੀ ਚੱਲਦੀ ਹੈ, ਆਪਣੇ ਆਪ ਬੰਦ ਹੋ ਜਾਂਦੀ ਹੈ। ਜੇ ਥੋੜਾ ਸਮਾਂ ਪਿੱਛੇ ਵੇਖੋ, ਅੱਜ ਤੋਂ ਅੱਜ ਆਪਾਂ 20-25 ਸਾਲ ਪਿੱਛੇ ਲੈ ਜਾਈਏ ਤੇ ਕਣਕਾਂ ਨੂੰ ਪਾਣੀ ਵੀ ਰਾਤ ਜਾ ਕੇ ਲਾਏ ਜਾਂਦੇ ਸੀ, ਮਿਹਨਤ ਮੁਸ਼ੱਕਤ ਹੱਥੀਂ ਕੀਤੀ ਜਾਂਦੀ ਸੀ। ਤੋ ਇਹ ਤਾਂ ਇੱਕ ਜਾਗਣ ਦਾ ਸਮਾਂ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਸਾਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਕਿ ਸਾਡੇ ਵਿੱਚ ਕਿੰਨੀ ਕੁ ਤਾਕਤ ਹੈ। ਸ਼ਾਇਦ ਉਹ ਕਾਲੇ ਕਾਨੂੰਨ ਤੇ ਉਹਨਾਂ ਨੇ ਇਹ ਪਾਸ ਕਰ ਲੈ, ਪਰ ਬੀਜੇਪੀ ਦੇ ਲੀਡਰਾਂ ਦੀ ਹਾਲਤ ਕਿਹੜੀ ਹੋਈ ਪਈ ਹੈ। ਹੁਣ ਤੁਸੀਂ ਅਮਿਤ ਸ਼ਾਹ ਵੇਖੋ ਕਿੱਦਾਂ ਗਲੀਆਂ ਵਿੱਚੋਂ ਦੀ ਲੰਘਦਾ ਫਿਰਦਾ। ਇਹਨਾਂ ਨੂੰ ਕਦੀ ਇਹ ਗਲੀਆਂ 'ਚੋਂ ਲੰਘਣ ਦੀ ਲੋੜ ਪੈਣੀ ਸੀ? ਹੁਣ ਕਿੰਨੀ ਮਜਬੂਰੀ ਬਣ ਗਈ ਵੀ ਆਮ ਲੋਕਾਂ ਦੇ ਘਰ ਘਰ ਜਾ ਕੇ ਹੱਥ ਜੋੜਨੇ ਪੈਂਦੇ ਨੇ। ਜਿਸ ਲੀਡਰ ਨੂੰ ਘਰ ਘਰ ਜਾ ਕੇ ਵੋਟ ਮੰਗਣੀ ਪਵੇ, ਸਮਝ ਲਓ ਲੀਡਰ ਨੇ ਕੰਮ ਨਹੀਂ ਕੀਤਾ। ਜਿਹੜਾ ਅਸਲੀ ਲੀਡਰ ਹੁੰਦਾ ਨਾ, ਉਹ ਕਹਿੰਦਾ ਮੇਰਾ ਕੰਮ ਦੱਸੋ, ਮੇਰੇ ਕੰਮ ਵੇਖ ਕੇ ਲੋਕ ਵੋਟ ਪਾ ਦੇਣ। ਜੇ ਮੈਂ ਕੰਮ ਕੀਤਾ, ਜੇ ਨਹੀਂ ਕੀਤਾ ਤਾਂ ਫਿਰ ਉਹਨੂੰ ਹੱਥ ਜੋੜਨੇ ਪੈਂਦੇ ਇਕੱਲੇ ਇਕੱਲੇ ਘਰ। ਮੈਂ ਕਹਿੰਦਾ ਜਦੋਂ ਕੋਈ ਸਾਡੇ ਘਰ ਵੋਟ ਮੰਗਣ ਆਉਂਦਾ ਉਦੋਂ ਪੁੱਛ ਲਓ ਨਾ ਵੀ ਤੈਨੂੰ ਹੱਥ ਜੋੜਨ ਦੀ ਲੋੜ ਪੈਂਦੀ ਨਾ ਜੇ ਤੂੰ 4 ਸਾਲ ਕੰਮ ਕੀਤਾ ਹੁੰਦਾ ਤੇ। ਪਰ ਪੁੱਛੂ ਕੌਣ? ਅਸੀਂ ਤਾਂ 2000 ਤੇ ਕੰਮ ਨਿਬੇੜ ਦਿੰਦੇ ਆ। ਜਿਹੜੇ ਲੋਕਾਂ ਨੇ ਲਗਾਤਾਰ, ਇਹ ਤੋਂ ਸਮਝ ਆਉਂਦੀ ਹੈ ਕਿ ਜੇ ਪੰਜਾਬ 'ਚ ਡੇਰਾਵਾਦ ਵਧਿਆ, ਇਸੇ ਕਰਕੇ ਸਾਡੀ ਮਾਨਸਿਕਤਾ ਉੱਥੇ ਹੈ। ਜਿਹੜੇ ਲੋਕ ਵੀਰਵਾਰ ਹਰੇ ਰੰਗ ਦੀ ਕਬਰ ਤੇ ਆਪੇ ਦੀਵਾ ਜਗਾਉਂਦੇ, ਉਹ ਤੋਂ ਤੁਸੀਂ ਕ੍ਰਾਂਤੀ ਦੀ ਆਸ ਕਿੱਥੋਂ ਰੱਖ ਸਕਦੇ ਹੋ? ਜਿਹੜੇ ਲੋਕ ਆਪੇ ਹੀ ਪੱਥਰ ਘੜ ਕੇ ਬੁੱਤ ਬਣਾ ਕੇ ਉਹਦੇ ਗਾੜੀ ਆਪੇ ਸ਼ੋਲੇ ਗਾ ਲੈਣ, ਉਹਦੇ ਤੋਂ ਤੁਸੀਂ ਕ੍ਰਾਂਤੀ ਦੀ ਆਸ ਕਿੱਥੋਂ ਰੱਖ ਸਕਦੇ ਹੋ? ਜਿਹੜੇ ਬੰਦੇ 4 ਸ਼ਰਣਾਂ ਬਦਲੇ ਆਪਣਾ ਧਰਮ ਤਿਆਗ ਦੇਣ ਕਿ ਉਹ ਧਰਮ ਚੰਗਾ, ਸ਼ਾਇਦ ਉਹ ਮਤ ਇਦਾਂ ਹੋਏਗਾ। ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਜਿਹੜਾ ਲਾਲਚੀ ਬੰਦਾ ਹੁੰਦਾ ਉਹਦਾ ਕਦਾ ਧਰਮ ਹੈ? ਤੇ ਹੁਣ ਸੋਚਣਾ ਚਾਹੀਦਾ ਸਾਡਾ ਸਮਾਜ ਕਿੱਧਰ ਨੂੰ ਤੁਰਿਆ ਜਾ ਰਿਹਾ। ਇਹੋ ਵਜ੍ਹਾ ਸੀ ਕਿ ਸਾਨੂੰ ਤਾਂ, ਮੈਂ 4 ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਿੰਨੇ ਵੀ ਰਾਜਨੀਤਿਕ ਲੋਕ ਵਾ ਉਹਨਾਂ ਨੂੰ ਸਾਡੇ ਵਰਗੇ ਲੋਕ ਦੱਸ ਦਿੰਦੇ ਕਿ ਭਾਈ ਸਾਡੇ ਪਰਿਵਾਰਾਂ 'ਚ ਇਹ ਜਿਹੜੀਆਂ ਲਾਸ਼ਾਂ ਆਈਆਂ ਨੇ, ਉੱਥੋਂ ਜਵਾਨ ਬੱਚੇ ਗਏ ਨੇ, ਬਜ਼ੁਰਗ ਪੂਰੇ ਹੋਏ ਨੇ ਉਹਨਾਂ ਪਰਿਵਾਰਾਂ ਦੇ ਵਿੱਚ। ਹੁਣ ਜਿਸ ਮਾਂ ਦਾ ਇੱਕ ਪੁੱਤ ਇਕਲੌਤਾ ਬੇਟਾ ਚਲਾ ਗਿਆ, ਪੁੱਛ ਕੇ ਵੇਖੋ ਉਹਨੂੰ। ਜਦੋਂ ਉਹਨਾਂ ਇਲਾਕਿਆਂ 'ਚ ਰੈਲੀਆਂ ਹੁੰਦੀਆਂ, ਸਾਡੇ ਲੋਕ ਫਿਰ ਉੱਥੇ ਦੇ ਉੱਥੇ ਖਲੋਤੇ ਹੋਏ ਨੇ। ਅਸੀਂ ਮਾਨਸਿਕ ਤੌਰ ਤੇ ਇੰਨੇ ਇਸੇ ਗੁਲਾਮੀ 'ਚੋਂ ਕੱਢਣ ਲਈ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਅੱਗੇ ਬੰਦਾ ਸਿੰਘ ਬਹਾਦਰ ਦਾ ਰਾਜ ਵੇਖ ਲਓ ਤੁਸੀਂ। ਸਾਨੂੰ ਜਗਾਉਂਦੇ ਰਹੇ, ਅਸੀਂ ਫਿਰ ਉੱਥੇ ਦੇ ਉੱਥੇ, ਅਸੀਂ ਫਿਰ ਉਹਨਾਂ ਲੀਡਰਾਂ ਮਗਰ ਫਿਰ ਝੰਡਾ ਚੱਕੀ ਫਿਰਦੇ ਹਾਂ। ਰਾਜਨੀਤਿਕ ਲੋਕ ਫਿਰ ਸਾਨੂੰ ਆਪਣੀਆਂ ਕਠਪੁਤਲੀਆਂ ਬਣਾ ਕੇ ਨਚਾਈ ਫਿਰਦੇ। ਤਾਂ ਲੋੜ ਇਸ ਗੱਲ ਦੀ ਸੀ ਕਿ ਅਸੀਂ ਆਪ ਆਪਣੇ ਸਤਿਗੁਰ ਦੀ ਬਾਣੀ ਪੜ੍ਹਦੇ, ਸਮਝਦੇ, ਵਿਚਾਰਦੇ ਕਿ ਸਤਿਗੁਰ ਨੇ ਕਿੰਨਾ ਵਧੀਆ ਸਾਨੂੰ ਗਿਆਨ ਬਖਸ਼ਿਸ਼ ਕੀਤਾ। ਅੱਜ ਮਾਰ ਕੇ ਵੇਖ ਲਓ ਆਪੋ ਆਪਣੇ ਪਰਿਵਾਰਾਂ 'ਚ ਧਿਆਨ, ਕਿੰਨਿਆਂ ਪਰਿਵਾਰਾਂ ਵਿੱਚ ਆਪ ਬਾਣੀ ਪੜ੍ਹੀ ਜਾ ਰਹੀ ਹੈ। ਇਹੋ ਪੰਜਾਬ ਹੈ ਜਿੱਥੇ ਇੰਨਾ ਡੇਰਾਵਾਦ ਪੈਦਾ ਹੋ ਗਿਆ। ਥਾਂ ਥਾਂ ਤੇ ਮਠੀਆਂ ਬਣ ਗਈਆਂ, ਥਾਂ ਥਾਂ ਤੇ ਕਬਰਾਂ ਬਣ ਗਈਆਂ, ਥਾਂ ਥਾਂ ਤੇ ਦੀਵੇ ਜਗਾਏ ਜਾ ਰਹੇ ਨੇ। ਕਰਮ ਕਿਉਂ? ਵਜ੍ਹਾ ਕੀ ਹੈ? ਅਸੀਂ ਇਹਨਾਂ ਹੁਣ ਤਾਂ ਹਲੂਣ ਕੇ ਜਗਾਉਣ ਵਾਲੀ ਗੱਲ ਹੋਈ ਪਈ ਵੀ ਉੱਠ ਕੇ ਭਰਾਵਾ ਜਾਗ ਪਾ, ਤੇਰੇ ਥੱਲਿਓਂ ਜ਼ਮੀਨ ਖਿਸਕ ਰਹੀ ਹੈ, ਉੱਠ ਹੰਬੜਾ ਮਾਰ, ਤਗੜਾ ਹੋ ਜਾ। ਤੋ ਜੇ ਏਕੇ ਵਿੱਚ ਬੜੀ ਵੱਡੀ ਪਾਵਰ ਹੈ, ਜੇ ਤੁਸੀਂ ਇਹ ਸਰਕਾਰਾਂ ਤੇ ਗੋਡੇ ਪਰਨੀਆਂ ਹੋਈਆਂ ਪਈਆਂ ਨੇ, ਜੇ ਸਾਡੇ 'ਚ ਏਕਾ ਹੋਵੇ ਤੇ। ਪਰ ਪ੍ਰੋਬਲਮ ਇਹ ਆਉਂਦੀ ਹੈ 4 ਦਿੱਲੀ ਨੂੰ ਤੁਰ ਪੈਂਦੇ ਨੇ ਤੇ 3 ਅੱਗੇ ਤੁਸੀਂ ਬੋਲੋ ਰੈਲੀਆਂ ਨੂੰ ਤੁਰ ਪੈਂਦੇ ਨੇ। ਉਹ ਕਹਿੰਦੇ ਨੇ ਬਸ ਇਸ ਪਿੰਡ ਨੂੰ ਨੱਪਣਾ ਸੌਖਾ ਹੈ, ਬਹੁਤ ਸੌਖਾ ਹੈ। ਜਿੱਥੇ 4 ਬੰਦੇ ਟਰਾਲੀਆਂ ਨੂੰ ਤੁਰ ਪਏ। ਇਹ ਤਾਂ ਪਿੰਡਾਂ 'ਚ ਪੰਚਾਇਤਾਂ ਜਾਗਣ, ਸੁਚੇਤ ਹੋ ਜਾਣ, ਆਪੋ ਆਪਣੇ ਪਿੰਡਾਂ ਦੀ ਨਿਸ਼ਾਨਦੇਹੀ ਕਰੋ ਵੀ ਸਾਡੇ ਪਿੰਡੋਂ ਕਿੰਨੀਆਂ ਟਰਾਲੀਆਂ ਰੈਲੀਆਂ ਜਾਂਦੀਆਂ ਨੇ। ਪੁੱਛੋ ਸਹੀ, ਤੁਹਾਡੀ ਜ਼ਮੀਰ ਮਰ ਚੁੱਕੀ ਹੈ, ਕੀ ਕਰ ਰਹੇ ਹੋ ਤੁਸੀਂ? ਤੁਹਾਨੂੰ ਉਹ ਮਾਵਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਨਹੀਂ ਦਿਸਦੀਆਂ ਕਿ ਜਾਂ ਅਸੀਂ ਨਾਟਕ ਖੇਡਦੇ ਪਏ ਹਾਂ ਵੀ ਇੱਕ ਬੰਨੇ ਸਰਕਾਰਾਂ ਨਾਲ ਮੱਥਾ ਲਾ ਕੇ ਬੈਠੇ ਹਾਂ, ਦੂਜੇ ਫਿਰ ਉਹਨਾਂ ਲੀਡਰਾਂ ਮਗਰ ਤੁਰੇ ਫਿਰਦੇ ਆ। ਇਸੇ ਗਫਲਤ ਦੀ ਨੀਂਦ ਵਿੱਚੋਂ ਤੁਸੀਂ ਕਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਵੇਖ ਲਓ, ਜੰਗਾਂ ਕਾਹਦੀਆਂ ਸੀ। ਜੇ ਤੁਸੀਂ ਬਰੀਕੀ ਨਾਲ ਤੁਹਾਡਾ ਪੁੱਤ ਧੀ ਤੁਹਾਨੂੰ ਪੁੱਛ ਲਵੇ ਵੀ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਕਿਉਂ ਬੈਠੇ, ਕੀ ਕਾਰਨ ਸੀ ਗੁਰੂ ਅਰਜਨ ਸਾਹਿਬ ਦਾ? ਕਿਸੇ ਦੀ ਜ਼ਮੀਨ ਨੱਪੀ ਸੀ? ਕਿਸੇ ਦਾ ਕੋਈ ਨੁਕਸਾਨ ਕੀਤਾ ਸੀ? ਕੋਈ ਦੱਸੇ ਵੀ ਗੁਰੂ ਅਰਜਨ ਸਾਹਿਬ ਦੇ ਜੀਵਨ ਦਾ ਇੱਕ ਕੰਮ ਦੱਸ ਦਿਓ ਜਿਹੜਾ ਸਮਾਜ ਦੇ ਵਿਰੋਧ ਜਾਂਦਾ ਹੋਵੇ।
ਉਹਨਾਂ ਦੇ ਭਲਾ ਕੀਤਾ ਸੀ। ਇਹਦਾ ਮਤਲਬ ਉਹਨਾਂ ਦਾ ਭਲਾ ਕਰਨਾ ਰਾਜਨੀਤਿਕ ਲੋਕਾਂ ਨੂੰ ਫਿੱਟ ਨਹੀਂ ਬੈਠਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਇੱਕ ਵੀ ਕੰਮ ਦੱਸ ਦਿਓ ਜਿਹੜਾ ਉਹਨਾਂ ਨੇ ਕਿਸੇ ਦਾ ਨੁਕਸਾਨ ਕੀਤਾ। ਆਪਣਾ ਪਿਤਾ ਦੋ ਹਿੱਸਿਆਂ 'ਚ ਸੰਸਕਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦਾ 400 ਸਾਲਾ ਮਨਾਇਆ ਜਾ ਰਿਹਾ ਆਉਣ ਵਾਲੇ ਦਿਨਾਂ 'ਚ। ਦੋ ਹਿੱਸਿਆਂ 'ਚ ਧੜ ਦਾ ਸੰਸਕਾਰ ਦਿੱਲੀ ਕੀਤਾ, ਸੀਸ ਦਾ ਸੰਸਕਾਰ ਪੰਜਾਬ ਕੀਤਾ। ਆਪਣੇ ਪਰਿਵਾਰ ਦੇ ਕਿੰਨੇ ਜੀ ਸ਼ਹਾਦਤ ਦਾ ਜਾਮ ਪੀ ਗਏ, ਕਾਹਦੇ ਲਈ? ਕੋਈ ਨਿੱਜੀ ਲੜਾਈ ਸੀ, ਕਿਸੇ ਦਾ ਕੋਈ ਨੁਕਸਾਨ ਕੀਤਾ? ਸਗੋਂ ਸਿਰ ਉੱਚਾ ਚੁੱਟ ਕੇ ਜ਼ਿੰਦਗੀ ਜਿਉਣ ਲਈ ਸਾਡੀ ਤਿਆਰੀ ਕਰਾਈ, ਸਾਨੂੰ ਮਾਨਸੂ ਗੁਲਾਮੀ ਚੋਂ ਬਾਹਰ ਕੱਢਿਆ, ਸਾਨੂੰ ਫਿਰ ਸਵਾਇਆ ਜਾ ਰਿਹਾ। ਮਾਫ ਕਰਨਾ, ਅੱਜ ਜਪ ਤਪ ਦੇ ਸਮਾਗਮਾਂ ਦੇ ਨਾਂ ਤੇ ਸਵਾਇਆ ਜਾ ਰਿਹਾ। ਅੱਜ ਅੱਖਾਂ ਮੀਟਣ ਵਾਲੇ ਸਿਮਰਨ ਦੇ ਨਾਂ ਤੇ ਸਵਾਇਆ ਜਾ ਰਿਹਾ। ਅੱਜ ਸਾਡੀਆਂ ਸਮਾਧੀਆਂ ਜਿਹੜੀ ਕੌਮ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੀ ਸੀ, ਉਹਨਾਂ ਹੱਥਾਂ ਵਿੱਚ 1.5 ਫੁੱਟ ਸਿਮਰਨੇ ਫੜਾਏ ਜਾ ਰਹੇ ਨੇ। 1.5 ਫੁੱਟ ਸਿਮਰਨੇ ਫੜਾਏ ਜਾ ਰਹੇ ਨੇ। ਕੌਣ ਨੇ ਲੋਕ ਜਿਹੜੇ ਸਾਡੇ ਅੰਦਰੋਂ ਉਹ ਅੰਸ਼ ਖਤਮ ਕਰਨਾ ਚਾਹੁੰਦੇ ਆ? ਇਹ ਸੂਰਬੀਰਾਂ ਦੀ, ਯੋਧਿਆਂ ਦੀ ਕੌਮ ਅੱਜ ਹੱਥਾਂ ਤੇ ਤਮਾਕੂ ਮਲਦੀ ਪਈ ਹੈ। ਅੱਜ ਪੁੱਛਣਾ ਪੈਂਦਾ, ਨੌਜਵਾਨ ਨਸ਼ਾ ਤਾਂ ਨਹੀਂ ਕਰਦਾ ਕੋਈ? ਇਹ ਪੁੱਛਣ ਦੀ ਲੋੜ ਕਿਉਂ ਪੈਂਦੀ? ਤੇਰੇ ਪਿੰਡ ਵਿੱਚ ਲੱਗਾ ਹੋਇਆ ਨਿਸ਼ਾਨ ਸਾਹਿਬ, ਤੇਰੇ ਪਿੰਡ ਵਿੱਚ ਗੁਰੂ ਸਾਹਿਬ ਪ੍ਰਕਾਸ਼ ਦੱਸਦਾ ਕਿ ਇਸ ਪਰਿਵਾਰ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ। ਅੱਜ ਪੁੱਛਣਾ ਪੈਂਦਾ, ਭੈਣਾ ਜਵਾਈ ਕੋਈ ਖਾਂਦਾ ਪੀਂਦਾ ਤੇ ਨਹੀਂ? ਹੁਣ ਖਾਣ ਪੀਣ ਦਾ ਅਰਥ ਤੁਸੀਂ ਜਾਣਦੇ ਹੀ ਹੋ। ਅਸੀਂ ਕਿਹੜੇ ਬਣੇ ਤੁਰ ਪਏ? ਇਹ ਸਵਾਲ ਹੈ। ਅਸੀਂ ਤਾਂ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਨਸ਼ਿਆਂ ਦੀਆਂ ਤਸਕਰੀਆਂ ਕਰਨ ਵਾਲੇ ਸੀ, ਉਹਨਾਂ ਦੇ ਕਾਰੋਬਾਰ ਫੇਲ ਕਰ ਸਕਦੇ ਸੀ। ਕਾਰੋਬਾਰ ਅੱਜ ਤੁਸੀਂ ਬਜ਼ੁਰਗ ਵੇਖਿਓ, 70 ਸਾਲ ਦੇ ਬਜ਼ੁਰਗਾਂ ਦੀ ਸਕਿਨ ਵੇਖੋ ਤੇ ਨਸ਼ਾ ਕਰਨ ਵਾਲੇ 20-25 ਸਾਲ ਦੇ ਨੌਜਵਾਨ ਦੀ ਚਮੜੀ ਵੇਖੋ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਏਗਾ। ਅੱਜ ਲੱਗਦਾ ਨਹੀਂ ਵੀ ਉਹ ਜਵਾਨੀ 'ਚ ਹੀ ਬੁੱਢੇ ਹੋ ਗਏ, ਉਹ ਬਜ਼ੁਰਗ ਹੋ ਕੇ ਵੀ ਜਵਾਨ ਨੇ। ਨਸ਼ਾ ਕੋਲ ਨਹੀਂ ਹੈ। ਤੁਸੀਂ ਖਾਣਾ ਹੈ, ਤੁਸੀਂ ਮੱਖਣ ਖਾਓ, ਦਹੀਂ ਖਾਓ, ਦੁੱਧ ਪੀਓ, ਆਪਣੇ ਘਰ ਦਾ ਮਿਹਨਤ ਕਰੋ। ਤੁਸੀਂ ਐਸੇ ਪਰਿਵਾਰ ਵੀ ਵੇਖਿਆ ਜਿੱਥੇ ਮਾਵਾਂ ਲੋਕਾਂ ਘਰੋਂ ਪੈਸੇ ਮੰਗਦੀਆਂ ਫਿਰਦੀਆਂ ਨੇ ਪੁੱਤ ਦੇ ਨਸ਼ੇ ਲਈ। ਗੁੱਸਾ ਨਾ ਮਨਾਇਓ, ਮੈਂ ਪਹਿਲਾਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਮਾਵਾਂ ਉਹ ਲੋਕਾਂ ਘਰ ਜਾ ਕੇ ਮੰਗਦੀ ਫਿਰਦੀ ਹੈ, 5 ਦੇ ਦਿਓ, 10 ਦੇ ਦਿਓ, 20 ਦੇ ਦਿਓ। ਕਾਹਦੇ ਲਈ? ਮੇਰੇ ਪੁੱਤ ਨੇ ਨਸ਼ਾ ਕਰਨ, ਮਰ ਲੈਣ ਦੇ ਇਹਨੂੰ। ਇਹਦੇ ਖੁਣੋਂ ਥੁੜਿਆ ਕੀ ਹੈ? ਜਿਹੜਾ ਕੱਲ ਮਰਦਾ ਇਹਨੇ ਤੁਹਾਨੂੰ ਵੀ ਮਾਰ ਦੇਣਾ। ਨਹੀਂ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਬੱਚਿਆਂ ਦੇ ਨਸ਼ੇ ਵਿੱਚ ਤੋੜਨ ਵਿੱਚ ਕਿਤੇ ਨਾ ਕਿਤੇ ਮਾਂ ਬਾਪ ਦਾ ਵੀ ਕੋਈ ਨਾ ਕੋਈ ਹੱਥ ਹੈ। ਮੰਨ ਕੇ ਚਲੋ, ਮੈਨੂੰ ਪਤਾ ਕਈਆਂ ਨੂੰ ਇਹ ਗੱਲ ਹਜਮ ਨਹੀਂ ਹੋਣੀ, ਹੱਥ ਹੈ। ਉਦੋਂ ਮਾਵਾਂ ਪੋਚੇ ਪਾਉਂਦੀਆਂ, ਉਦੋਂ ਪਿਓ ਪੋਚੇ ਪਾਉਂਦੇ ਨੇ। ਜਦੋਂ ਕੋਈ ਪਿੰਡ ਵਿੱਚੋਂ ਆਣ ਕੇ ਦੱਸਦਾ ਸੀ, ਅੱਜ ਮੈਂ ਤੁਹਾਡੇ ਬੱਚੇ ਨੂੰ ਫਲਾਣੀ ਢਾਣੀ 'ਚ ਵੇਖਿਆ, ਤੇ ਉਦੋਂ ਆਉਂਦੇ ਸੀ, ਚਾਚਾ ਸਾਡੇ ਪੁੱਤ ਨੂੰ ਬਦਨਾਮ ਕਰਦਾ ਹੈ, ਤਾਇਆ ਸਾਡੇ ਪੁੱਤ ਨੂੰ ਬਦਨਾਮ। ਉਦੋਂ ਕਹਿੰਦੇ ਨਾ ਭਾਈ, ਇਹ ਸਾਡਾ ਫਾਇਦਾ ਕਰ ਰਿਹਾ, ਸਾਨੂੰ ਦੱਸ ਰਿਹਾ, ਹੁਣੇ ਜਾਗ ਜਾਓਗੇ ਤੇ ਆਪਣਾ ਘਰ ਬਚਾ ਲਓਗੇ। ਜੇ ਇੱਥੇ ਥਾਂ ਥਾਂ ਤੇ ਸਮੈਕੀਏ ਪੈਦਾ ਹੋਏ ਨੇ, ਥਾਂ ਥਾਂ ਤੇ ਨਸ਼ੇੜੀ ਪੈਦਾ। ਕੌਣ ਲੋਕ ਹੈ? ਪਿੰਡਾਂ ਵਿੱਚ 4 ਘੰਟੇ ਬਿਜਲੀ ਦਾ ਕੱਟ ਲੱਗ ਜਾਏ ਤੇ 10 ਟਰਾਲੀਆਂ ਜਾ ਕੇ ਬਿਜਲੀ ਘਰ ਦੇ ਬਾਹਰ ਬਹਿ ਜਾਣ ਨਾ, ਅਗਲਿਆਂ ਨੂੰ ਬਿਜਲੀ ਛੱਡਣੀ ਪੈ ਜਾਂਦੀ ਹੈ। ਤੁਸੀਂ ਹੁਣ ਹੀ ਵੇਖ ਲਓ, ਦੋ ਕਿਸਾਨ ਇੱਕ ਟੋਲ ਪਲਾਜ਼ੇ ਤੇ ਬੈਠੇ, ਅਗਲੇ ਟਿਕਟ ਨਹੀਂ ਲੈ ਰਹੇ, ਉੱਦਾਂ ਹੀ ਪਰਚੀ ਨਿਗਾਹ ਰਹੇ ਆ। ਤਾਕਤ ਹੈ ਨਾ ਕਿਸਾਨੀ ਝੰਡੇ ਵਾਲੀ, ਇੱਕ ਟਰਾਲੀ ਇੱਦਾਂ। ਤੇ ਇਹ ਤਾਕਤ ਆਪਾਂ ਨਸ਼ੇ ਵੇਲੇ ਕਿਉਂ ਨਹੀਂ ਵਿਖਾਉਂਦੇ? ਜਦੋਂ ਨਸ਼ਾ ਹੁੰਦਾ ਉਦੋਂ ਕਿਉਂ ਨਹੀਂ ਵਿਖਾਉਂਦੇ? 4 ਨੌਜਵਾਨ ਦੀਆਂ ਢਾਣੀਆਂ ਬਣ ਜਾਣ, ਅਸੀਂ ਆਪਣਾ ਪਿੰਡ ਬਚਾਉਣਾ ਹੈ। ਆਓ ਏਕਾ ਕਰੋ ਆਪੋ ਆਪਣੇ ਪਿੰਡਾਂ ਵਿੱਚ ਕਿ ਅਸੀਂ ਨਾ ਨਸ਼ਾ ਪੀਣਾ ਤੇ ਨਾ ਨਸ਼ਾ ਪਿਉਣਾ ਹੈ। ਤਾਂ ਸਾਡੇ ਨਿਸ਼ਾਨ ਸਾਹਿਬ ਲਾਏ ਅਰਥ ਨੇ। ਨਹੀਂ ਤਾਂ ਸਾਲ ਬਾਅਦ ਚੋਲਾ ਬਦਲ ਲਿਆ, ਕੱਚੀ ਲੱਸੀ ਨਾ ਧੋ ਲੈ, ਥੜੇ ਧੋ ਲੈ, ਪਾਠ ਕਰ ਲੈ। ਮਾਫ ਕਰਨਾ, ਗੁਰੂ ਦੀ ਹਜ਼ੂਰੀ ਕਹਿੰਦਾ, ਇਹ ਮਨਮਤ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਨਿਸ਼ਾਨ ਸਾਹਿਬ ਇਹ ਤਾਂ ਚੋਲਾ ਸਾਲ ਬਾਅਦ, ਅਸਲੀ ਨਿਸ਼ਾਨ ਸਾਹਿਬ ਤੇ ਸਾਡੀ ਦਸਤਾਰ ਹੈ। ਅਸਲੀ ਨਿਸ਼ਾਨ ਇਹ ਤਾਂ ਇੱਕ ਥਾਂ ਤੇ ਲੱਗਾ, ਇਹਨੇ ਤੇ ਤੁਰੇ ਫਿਰਨਾ ਹੈ, ਇਹਨੇ ਤੇ ਖਾਦ ਲੈਣ ਜਾਣਾ, ਇਹਨੇ ਬੀਜ ਲੈਣ ਜਾਣਾ, ਇਹਨੇ ਵਪਾਰ ਕਰਨਾ ਹੈ। ਇਹਦੇ ਰਾਹੀਂ ਪਤਾ ਲੱਗਣਾ ਹੈ ਕੌਣ ਹੈ ਭਾਈ, ਇਹਦੇ ਰਾਹੀਂ ਪਤਾ ਲੱਗਣਾ। ਤੇਰਾ ਬਾਹਰਲਾ ਵਿਹਾਰ ਨੇ ਦੱਸਣਾ ਤੂੰ ਕੌਣ ਹੈ। ਅੱਜ ਕਿੱਥੇ ਬੈਠੇ ਆ? ਕਿਉਂ? ਕਿਉਂਕਿ ਸਾਨੂੰ ਸਤਿਗੁਰ ਦੀ ਬਾਣੀ ਵਾਲੇ ਬੰਨੇ ਤੋਰਿਆ ਹੀ ਨਹੀਂ ਗਿਆ। ਇੱਕ ਪਾਠ ਦਾ ਅਖੰਡ ਪਾਠ ਦਾ ਭੋਗ ਪਿਆ, ਦੂਜਾ ਸ਼ੁਰੂ ਕਰਤਾ, ਦੂਜੇ ਦਾ ਭੋਗ ਪਿਆ, ਤੀਜਾ ਸ਼ੁਰੂ ਕਰਤਾ। ਪਾਠ ਕਰਾਉਣਾ ਜੀ ਕਾਹਦੇ ਲਈ ਜੀ? ਘਰ 'ਚ ਦੇਹ ਰੋਗਤਾ ਆਵੇ। ਪਾਠ ਕਰਾ ਕੇ ਜੇ ਤੁਸੀਂ ਜ਼ੁਬਾਨ ਤੇ ਹੀ ਨਹੀਂ ਕੰਟਰੋਲ ਕਰੋਗੇ, ਦੇਹ ਰੋਗਤਾ ਕਿੱਦਾਂ ਆਜੂ? ਕੰਧ ਟੱਪ ਕੇ। ਜੇ ਪਾਠ ਕਰਨ ਤੋਂ ਬਾਅਦ ਸਾਡਾ ਆਪਣੀ ਜ਼ੁਬਾਨ ਤੇ ਕੰਟਰੋਲ ਹੈ ਨਹੀਂ,
ਜਿਹੜੀਆਂ ਚੀਜ਼ਾਂ ਨਾਲ ਬਿਮਾਰੀਆਂ ਵਧਣੀਆਂ ਉਹ ਚੀਜ਼ਾਂ ਅਸੀਂ ਖੁਦ ਖਰੀਦ ਕੇ ਲੈ। ਹੁਣ ਅਸੀਂ ਪਾਠ ਕਰਾਉਂਦੇ ਹਾਂ ਪੁੱਤਰ ਧੀ ਦੇ ਆਨੰਦ ਕਾਰਜ ਤੇ, ਕਾਹਦੇ ਲਈ? ਕਿ ਆਨੰਦ ਕਾਰਜ ਸਫਲ ਹੋਵੇ, ਇੱਦਾਂ ਕਰਾਉਣੇ ਜੀ। ਤੇ 1.5-2 ਲੱਖ ਦੀ ਸ਼ਰਾਬ ਖਰੀਦ ਕੇ ਨਾਲ ਹੀ ਲੈ ਜਾਂਦੀ ਹੈ। ਉਹ ਪੀ ਕੇ ਛਿੱਤਰ ਰੋਟੀ ਹੋ ਜਾਣੀ ਵਿਆਹ 'ਚ। ਤੇ ਗ੍ਰੰਥੀ ਦੀਆਂ ਕੀਤੀਆਂ ਅਰਦਾਸਾਂ ਕਿਸ ਅਰਥ ਰਹਿ ਗਈਆਂ ਭਲਾ? ਬੋਲ ਕੇ ਦੱਸਿਓ ਜੀ। ਜੇ ਗ੍ਰੰਥੀ ਸਿੰਘ ਕਵੇ ਮੇਰੇ ਕੋਲੋਂ ਤੁਸੀਂ ਇਦਾਂ ਅਰਦਾਸਾਂ ਕਰਾਈਆਂ ਵੀ ਕੀਤਾ ਲੋੜੀਏ ਕੰਮ ਸੁਹਾਰ ਪੈ, ਕਾਰਜ ਦੇ ਸਤਿਗੁਰ ਸੱਚ ਸਾਖੀ ਹੈ। ਤੁਸੀਂ ਮੇਰੇ ਕੋਲੋਂ ਅਰਦਾਸ ਕਰਾਈ ਵੀ ਕੀਤਾ ਲੋੜੀਏ ਕੰਮ ਸੁਹਾਰ ਪਿਆ ਕੀ ਹੈ? ਮੇਰੇ ਕੋਲੋਂ ਜ਼ੋਰ ਲਵਾਈ ਗਿਆ ਵੀ ਇਹਨਾਂ ਦੇ ਕਾਰਜ ਗੁਰਮਤਿ ਅਨੁਸਾਰ ਨੇਪਰੇ ਚੜਾਇਓ। ਗੁਰਮਤਿ 'ਚ ਸ਼ਰਾਬ ਆਉਂਦੀ ਹੈ? ਮਾਫ ਕਰਨਾ, ਮੈਂ ਪਹਿਲਾਂ ਕਿਹਾ ਕੁਝ ਕਸੂਰ ਸਰਕਾਰਾਂ ਦਾ ਤੇ ਕੁਝ ਕਸੂਰ ਸਾਡਾ। ਕਿਹੜੇ ਵਿਆਹ ਤੇ ਸ਼ਰਾਬ ਪਿਆਉਣ ਲਈ ਗੁਰਮਤਿ ਆਂਦੀ ਹੈ ਜੀ? ਬੋਲ ਕੇ ਦੱਸਿਓ ਭਲਾ। ਤੇ ਸਿੱਖ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਜੀ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮੰਨਣ ਦਾ ਅਰਥ ਕੀ ਹੁੰਦਾ? ਰਮਾਲੇ ਨੂੰ ਮੱਥਾ ਟੇਕਣਾ? ਮੰਨਣ ਦਾ ਅਰਥ ਕੀ ਮੈਂ ਪਾਲਕੀਆਂ ਨੂੰ ਮੱਥੇ ਟੇਕਦਾ? ਮੰਨਣ ਦਾ ਕੀ ਅਰਥ ਹੈ? ਪੁੱਛ ਕੇ ਵੇਖ ਲਓ ਜਿਨ੍ਹਾਂ ਦੇ ਘਰ ਟਿੰਡ ਲਾਹਣ ਦੀ ਪੀਤੀ ਜਾਂਦੀ ਹੈ, ਮੰਨਦੇ ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆ। ਜਿਹੜੇ ਵੀਰਵਾਰ ਸ਼ੇਖ ਪਤੇ ਖੀਰ ਲੈ ਕੇ ਜਾਂਦੇ ਆ, ਜਿਹੜੇ ਮੱਝਾਂ ਦੀਆਂ ਸ਼ੇਖ ਪਤੇ ਖੀਰਾਂ ਲੈ ਕੇ ਜਾਂਦੇ ਆ, ਕਿਹਦੇ ਸਿੱਖਾਂ ਜੀ? ਮੰਨਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆ। ਗੁੱਟਾਂ ਤੇ ਧਾਗੇ ਬੱਧੇ ਆ, ਮੰਨਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਆ ਜੀ। ਕਿਸੇ ਪੰਡਤ ਦੇ ਆਖੇ ਲਾ ਕੇ ਨਾਰੀਅਲ ਨਹਿਰਾਂ ਸੁੱਟਣ ਜਾਂਦੇ ਆ, ਮੰਨਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੀ ਆ ਜੀ। ਪੁੱਤਰਾਂ ਧੀਆਂ ਦੇ ਆਨੰਦ ਕਾਰਜ ਜਨਮ ਤਰੀਕਾਂ ਮਿਲਾ ਕੇ ਕਰਦੇ ਆ, ਮੰਨਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਆ। ਮੰਨਣ ਦਾ ਕੀ ਅਰਥ ਰਹਿ ਗਿਆ? ਜਦੋਂ ਗੁਰੂ ਦੀ ਗੱਲ ਹੀ ਨਹੀਂ ਮੰਨਣੀ, ਕੰਮ ਸਾਰੇ ਅਸੀਂ ਪੁੱਠੇ ਕਰਦੇ ਫਿਰਦੇ ਹਾਂ। ਅੱਜ ਅਸੀਂ ਬਿਪਤਾ ਖੁਦ ਛੇੜੀ ਹੋਈ ਹੈ। ਇੱਥੇ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਕਹੀ ਹੈ, ਅੰਮ੍ਰਿਤ ਨਾਮ ਨਿਧਾਨ ਹੈ ਮੇਲ। ਹੁਣ ਅਸੀਂ ਮਿਲ ਕੇ ਤਾਸ਼ ਤੇ ਖੇਡ ਲਈ, ਮਿਲ ਕੇ ਸ਼ਰਾਬਾਂ ਤੇ ਪੀ ਲੀਆਂ, ਪਰ ਅੰਮ੍ਰਿਤ ਨਹੀਂ ਪੀਤਾ। ਇੱਥੇ ਲਿਖਿਆ ਮੇਲ ਪੀਵੋ ਭਾਈ, 4 ਭਰਾ ਇਕੱਠੇ ਬਹੋ, 5 ਭਰਾ ਇਕੱਠੇ ਬਹੋ, ਇੱਕ ਦੇ ਹੱਥ ਫੜੀ ਹੋਵੇ ਪੋਥੀ, ਉਹ ਪੜੇ ਬਾਣੀ ਦੀ ਤੁਕ ਤੇ 2 ਕਹਿਣ ਇਹਦੇ ਅਰਥ ਆ ਬਣਦੇ। ਬਾਣੀ ਆ ਕਹਿੰਦੀ ਹੈ ਮਾਹੌਲ। ਸਾਡਾ ਮਾਹੌਲ ਕੀ ਆ? 5 ਬੰਦੇ ਤਾਸ਼ ਖੇਡ ਰਹੇ ਆ, 4-5 ਬੰਦੇ ਰੈਲੀਆਂ 'ਚ ਗਏ ਹੋਏ ਆ, 4-5 ਬੰਦੇ ਬਾਬਿਆਂ ਦੇ ਡੇਰੇ ਗਏ ਹੋਏ ਆ, ਤੇ ਗੁਰਦੁਆਰੇ ਗ੍ਰੰਥੀ ਇਕੱਲਾ ਹੀ ਸਵੇਰੇ ਪ੍ਰਕਾਸ਼ ਕਰਦਾ। ਟਾਵੇਂ ਗੁਰਦੁਆਰੇ ਆ ਜਿੱਥੇ 10-20 ਸਰੀਰ ਤੁਹਾਨੂੰ ਸਵੇਰੇ ਗ੍ਰੰਥੀ ਨਾਲ ਪ੍ਰਕਾਸ਼ ਕਰਨ ਵਾਲੇ ਮਿਲਣਗੇ। ਹਾਲਾਤ ਸਾਡੇ ਇਹ ਬਣੇ ਪਏ ਨੇ। ਤਾਂ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਅੰਮ੍ਰਿਤ ਨਾਮ ਨਿਧਾਨ ਹੈ ਮੇਲ ਪੀਵੋ ਭਾਈ। ਮਹਾਰਾਜ ਦਾ ਫਾਇਦਾ ਕੀ ਹੋਏਗਾ? ਕਹਿੰਦੇ ਜੇ ਸਿਮਰਤ ਸੁਖ ਪਾਈਐ ਸਭ ਤਿੱਖਾ। ਤਿੱਖਾ ਕੀ ਹੁੰਦੀ ਭਲਾ? ਪਿਆਸ। ਅੱਜ ਪਿਆਸ ਕਾਹਦੀ ਆ? ਦਾਜ ਮਿਲ ਜੇ ਪਿਆਸ ਆ, ਪਿਆਸ ਹੀ ਆ ਪਿਆਸ। ਚੌਧਰ ਮਿਲ ਜੇ ਪਿਆਸ ਹੈ, ਪਿਆਸ ਹੈ। ਸਾਰੀਆਂ ਤਿੱਖਾਂ ਬੁੱਝ ਜਾਣਗੀਆਂ। ਕਰ ਸੇਵਾ ਪਾਰ ਬ੍ਰਹਮ ਗੋਰ, ਭੁੱਖ ਰਹੇ ਨਾ ਕਾਈ, ਕੋਈ ਭੁੱਖ ਨਹੀਂ ਰਹੇਗੀ। ਆਪਣੇ ਗੁਰੂ ਅਕਾਲ ਪੁਰਖ ਦੀ ਸੇਵਾ ਕਰੋ। ਹੁਣ ਗੁਰੂ ਅਕਾਲ ਪੁਰਖ ਦੀ ਸੇਵਾ ਕਿੱਦਾਂ ਕਰਨੀ? ਅਕਾਲ ਪੁਰਖ ਤੇ ਸਾਡੇ ਅੰਦਰ ਸਮਾਇਆ ਹੋਇਆ। ਅਕਾਲ ਪੁਰਖ ਦੀ ਸੇਵਾ ਕਿੱਦਾਂ ਕਰਨੀ? ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ। ਜਦੋਂ ਅਸੀਂ ਮਾਨਵਤਾ ਵਿੱਚ ਵਸਦੇ ਰੱਬ ਨੂੰ, ਪਰਿਵਾਰਾਂ 'ਚ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ। ਮਾਂ ਬਿਮਾਰ ਆ, ਉਹਦੇ ਬੈੱਡ ਤੇ ਬਹੁ, ਉਹਦੇ ਮੰਜੇ ਤੇ ਬਹੁ, ਆਹ 10 ਮਿੰਟ ਮਾਂ ਦੀਆਂ ਲੱਤਾਂ ਨੱਪੀਏ, ਮਾਂ ਦੇ ਸਿਰ ਤੇ ਠੰਡੀਆਂ ਪੱਟੀਆਂ ਰੱਖੀਏ। ਮਾਂ ਨੂੰ ਲੋੜ ਆ ਸਾਡੀ ਸੇਵਾ ਦੀ। ਬਾਪੂ ਬਿਮਾਰ ਆ, ਮਾਤਾ ਬਿਮਾਰ ਆ, ਨਾਨਾ ਨਾਨੀ ਬਿਮਾਰ ਆ, 10 ਦਿਨ ਉਹਦੀ ਸੇਵਾ ਕਰੋ, ਉਹਦੇ ਕੋਲ ਬਹੁ, ਉਹਨਾਂ ਗੱਲਾਂ ਕਰੋ, ਉਹਨੂੰ ਮਹਿਸੂਸ ਹੋਵੇ ਮੇਰੀ ਆਪਣੀ ਫੁਲਵਾੜੀ ਆ। ਅਸੀਂ ਘਰਾਂ 'ਚ ਰਿਸ਼ਤਿਆਂ ਦੀ ਕਦਰ ਕਰਨੀ ਬੰਦ ਕਰ ਦਿੱਤੀ ਆ। ਜੰਡਾਂ ਨੂੰ ਕੱਚੀ ਲੱਸੀ ਪਾ ਰਹੇ ਆ, ਪੱਥਰਾਂ ਤੇ ਦੁੱਧ ਰੋੜ ਰਹੇ ਆ। ਅਸੀਂ ਪਰਿਵਾਰਾਂ 'ਚ ਵਿਚਰਨਾ ਛੱਡ ਦਿੱਤਾ। ਅੱਜ ਭਰਾ ਭਰਾ ਦੀ ਬਣਦੀ ਨਹੀਂ, ਦੂਜਾ ਆਣ ਕੇ ਸੁਲਾਹ ਕਰਾ ਰਿਹਾ। ਦੋਵਾਂ ਨੇ ਖੰਡੇ ਦੀ ਪੌਲ ਲਈ ਹੋਈ ਹੈ। ਦੋਵੇਂ ਕਹਿੰਦੇ ਅਸੀਂ ਅੰਮ੍ਰਿਤਧਾਰੀ ਹਾਂ, ਦੋਵੇਂ ਕਹਿੰਦੇ ਅਸੀਂ ਅੰਮ੍ਰਿਤਧਾਰੀ ਹਾਂ। ਕਾਹਦੇ ਅੰਮ੍ਰਿਤਧਾਰੀ ਹਾਂ ਵੀ ਤੁਸੀਂ? ਕਿਹਨੇ ਅੰਮ੍ਰਿਤ ਛਕਿਆ? ਸਰੀਰ ਨੇ ਕਕਾਰ ਪਾਏ ਆ, ਮਨ ਨੇ ਅੰਮ੍ਰਿਤ ਨਹੀਂ ਛਕਿਆ। ਜੇ ਮਨ ਨੇ ਅੰਮ੍ਰਿਤ ਛਕਿਆ ਹੁੰਦਾ 10 ਮਰਲਿਆਂ ਪਿੱਛੇ ਲੜਾਈ ਨਾ ਪੈਂਦੀ। ਇੱਕ ਭਰਾ ਦੂਜੇ ਨੂੰ ਕਹਿੰਦਾ 10 ਦੇ 11 ਚੱਕ, ਮੇਰੇ ਪੁੱਤਰਾਂ 'ਚ ਲਿਆਕਤ ਹੋਈ, 10 ਦੇ 30 ਮਰਲੇ ਬਣਾ ਲੈਣਗੇ, ਆਪਾਂ ਮਰਲੇ ਬਦਲੇ ਲੜਾਈ ਨਹੀਂ ਪਾਉਣੀ। ਸਾਡਾ ਮਾਸਟਰ ਸਾਡੀ ਆਣ ਕੇ ਲੜਾਈ ਦਾ ਤਮਾਸ਼ਾ ਵੇਖੂ, ਸਾਡਾ ਫੁੱਫੜ ਆਣ ਕੇ ਸਾਡੇ ਘਰ 'ਚ ਤਮਾਸ਼ਾ ਵੇਖੂ, ਤੇ ਅਸੀਂ ਆਪਣੇ ਦਾਦਿਆਂ ਪੜਦਾਦਿਆਂ ਦੀ ਬਣੀ ਇੱਜ਼ਤ ਰਿਸ਼ਤੇਦਾਰਾਂ ਦੇ ਹੱਥ ਨਿਲਾਮ ਨਹੀਂ ਕਰਨੀ। ਜੇ ਸੱਚੀ ਸਾਡੇ ਮਨ ਨੇ ਅੰਮ੍ਰਿਤ ਪੀਤਾ ਹੁੰਦਾ। ਪਰ ਅਸੀਂ ਤੇ ਸਾਧਾਂ ਦੇ ਪੈਰ ਪੂਜ ਛੱਡੇ, ਅਸੀਂ ਤੇ ਮੜੀਆਂ ਤੇ ਦੀਵੇ ਜਗਾ ਛੱਡੇ, ਅਸੀਂ ਤੇ ਜੰਡਾਂ ਨੂੰ ਕੱਚੀ ਲੱਸੀ ਪਾ ਛੱਡੀ। ਅਕਲ ਕਿੱਥੋਂ ਆਉਣੀ ਸੀ? ਅਕਲ ਆਉਂਦੀ ਜੇ
अकल वाले गुरु दे कोल आउंदे। गुरु सानू अकल दिंदा, अकल देंदियां देंदियां सानू गुरु साहब आप कुर्बानी दे गए, बेअकलियां ने तत्ती तवी ते बिठाता। अकल ही सी दित्ती सी ना। कोड़ी खाने तैयार किए, इलाके च खूह लवाए, वैद खाने तैयार किए, परोपकार किया गुरु साहब जी ने। जिस वक्त समाज उजड़ रहा सी, गुरु साहब लोगों को वसन के तरीके दस रहे सन भी इदा वसीदा, इदा परिवार च रहीदा। असी उल्टी गेड़ी फड़ ली। अज मार लो ध्यान आपो अपने परिवार में, ध्यान है नहीं, पाठ हो रहे हैं पर गिनतियां मिनतियां दे हो रहे हैं, सुखना करके हो रहे हैं। दुकान चले पाठ हो रहे हैं, पुत बाहर चल जे पाठ हो रहे हैं, पुत्र होवे पाठ हो रहे हैं, फसल वध होवे पाठ हो रहे हैं। जे इदा खंड पाठा नाल गल बनती हुंदी, जेड़े किते मनोकामनावां पूरीआं हुंदियां, इत्थों दुध मिलदा, इत्थों पुत मिलदा है। मैं पंजाब दे उस साध नूं पुछना चाहुंदा जिहड़ा कहंदा साडे इत्थे मनोकामनावां पूरीआं हुंदियां ते मैं सुखना सुखदा। कर अरदास कि मोदी काले कानून रद्द कर दे, जिन्ने कवे खंड पाठ असीं करावांगे। ऑन कोल कह रहा मैं, ਜਿਹੜਾ तू कहना ना कि मेथों दुध मिलता, इतों पुत मिलता, अं तेरे को दुध तो पुत नहीं मंगते। असीं कहने जेडे काले कानून सरकार ने पास किए, किसानों को कहो उठो उठ के आ जाओ, मैं इत्थों ही अरदासां करके मोदी का ब्रेन चेंज कर दूँ कि लोगों को बेवकूफ बनाने लिए सब तुहाडे नारे ने। सरोवरां दे कंढे झंडे गड्ढे, इत्थों दुध मिलता तो इत्थों बोलो जी, तुहाडे वल कैमरा है नहीं, तुहाडी किसी की फोटो नहीं आउणी। साडी सब तो वड्डी समस्या कि है कि अज बंदा अंदरों डर लैके बैठा होया, हाय इदा ना हो जाए, हाय इदा ना हो जाए। असी जो तुहाडे सामने बोल रहे हैं, असी कोई वखरे देश चों नहीं आए। हर काम वो करते हैं जो किसान करता है। मझां साडे कोल ने, खेतीबाड़ी आप करते हैं, ट्रैक्टर अपने ने, संद अपने ने, पर मैं किसी साध नूं नहीं मानता अपने गुरु ग्रंथ साहिब तो सिवाए। ना किसी कबर ते दीवा, ना मठी ते दीवा, ना किसी शेक ते खीर। मझां दुध वाधू दिंदियां ने। साडे मनां विच वहम पाया होया है, डरा डरा के साडे कोलों अपने पैरों ते मत्थे टिकाए हुए ने अगले ने। क्यों? क्योंकि असीं मानसिक तौर ते अंदरों गुलाम हाँ, असीं डरे होए ना। ते सियाणे दी कहावत आ, डरिया नूं ही डराया जांदा है। जो वेरोगे ना कि भी असीं नहीं परवाह करते, अज तो बाद तर जियरे एक टेक तू पढ़ो लाहा बिडानी आस, नानक नाम ध्याइयै कार जावे। सिखो शब्द प्यारियो जन्म मरण की टेक, मुख उजल सदा सुखी नानक सिमरत एक। कबीर सूख न ए जोग करें जो बहुत मीत, सुख नहीं आगा ज्यादा मित्र बनाया। जो चित राखें एक स्यों ते सुख पावें नीत। अज मित्र ही बड़े। पिंड सवेरे गुरु ग्रंथ साहिब मत्था, वीरवार मठी ते दीवा, बुधवार फलाने बाबे की चौंकी, शुक्रवार को होर बाबा आ जाना, शनिवार फलाने घर जगराता, ते सारियां थावां ते मंगी जाना, सारियां थावां ते मैनूं आ दे दे, मैनूं आ दे दे। ते इहो जे बंदे नूं मिलदा, उच्ची बोल के दस्सिओ, कख नहीं मिलदा हुंदा ना। भरोसा एक ते भट्टा ने एवें थोड़ा आख्या सी, गुरु अमरदास तैं पढ़िओ एक, मन धरिओ एक, कर एक विचारिओ। कहंदे नैण बैण दो एक एक, कहंदे तुसीं वेखिआ ही एक नूं, सुनिया एक नूं, दोए ठाए ना जाणिओ, दूजी जगह तुसीं जाणी नहीं। एवें थोड़ा गुरु अमरदास महाराज ने अपनी रसना तो आख्या सी, सब जग फिर मैं देखिया, सब जग फिर मैं देखिया, हार इको दाता। दाता किन्ने जी? उच्ची बोलो जी, किन्ने? उत्थे झंडा लाया लखां दा दाता। बाणी की आंदी है? सब जग फिर मैं देखिया हार। अच्छा डराया वेखो किदां, ये जगह बड़ी जारी है, आपे बनाई आ, जिहड़ी मर्जी जगह जारी होवे लियाओ, उत्थे चार उत्थे जगह वाह के उत्थे गंढे लाओ, मुक्कणगे नहीं तुहाडे कोलों। अज जठेरे कितनी जगह बनी साडे पंजाब च ना, कईयां ने जठेरियां दी जगह बनाईयां। मैं कदी कदी सोचदा हुन्ना, ये जठेरियां दी जगह वाह के जे किते आपां इत्थे सब्जी लाइए ना, अपने कोलों साल दे एक गंढे नहीं मुकने, लसन नहीं मुकना। किन्नी किन्नी जगह अपनी इहो मल के डरदे मत्था टेकी जांदे, पहलां आप टेकी जांदे, फिर नूंह नूं भी टकाउंदे आ। जो विआही नूंह आउंदी उहनूं भी जठेरियां दा मत्था टकाउण जांदे आ। ते जे कोई ढा दवे इहनूं नहीं, असल च की सी, वो बापू छड़ा सी बेचारा, विआहिआ नहीं सी,
ਉਹਦੀ ਛਣ ਛੁਣ ਖੇਤਾਂ 'ਚ ਪਾ ਛੱਡੀ। ਪੁਰਾਣਾ ਸਮਾਂ ਜਠੇਰੇ ਇੱਥੋਂ ਹੀ ਸ਼ੁਰੂ ਹੋਏ। 5-5 6-6 ਭਰਾ ਹੋਣੇ, ਤਿੰਨਾਂ ਚੌਂ ਦਾ ਵਿਆਹ ਹੋ ਜਾਣਾ, ਇੱਕ ਅੱਧਾ ਵਿੱਚੋਂ ਰਹਿ ਜਾਣਾ, ਜਿਹੜਾ ਰਹਿ ਜਾਣਾ ਉਹਦੀ ਖੇਤਾਂ 'ਚ ਛਣ ਪਾ ਦੇਣੀ। ਤੇ ਜਦੋਂ ਉਹਨੇ ਚੜ੍ਹਾਈ ਕਰਨਾ ਫਿਰ ਉਹਦੀ ਜ਼ਮੀਨ ਬਾਕੀ ਭਰਾਵਾਂ ਦੇ ਨਿਆਣੇ ਦੇ ਹਿੱਸੇ ਆਉਣੀ ਤੇ ਉਹਦੇ ਨਾਂ ਦੀ ਕੋਈ ਜਗ੍ਹਾ ਜੁਗਾ ਬਣਾ ਛੱਡਣੀ ਵੀ ਜੇ ਜਗ੍ਹਾ ਨਾ ਬਣਾਈ ਇਹ ਨਾ ਹੋਵੇ ਰਾਤ ਨੂੰ ਸੰਗੀ 'ਚ ਗੂਠਾ ਹੀ ਦੇਵੇ ਆਣ ਕੇ ਵੀ ਮੇਰੇ ਨਾਂ ਦਾ ਦੀਵਾ ਨਹੀਂ ਜਗਾਇਆ, ਕੋਈ ਮੇਰੇ ਨਾਂ ਦਾ ਦੀਵਾ ਮਾੜਾ ਮੋੜ ਜਗਾ ਛੱਡ। ਫਿਰ ਇਹ ਗੋਤਾਂ ਦੇ ਨਾਂ ਤੇ ਜਠੇਰੇ, ਇਹ ਸੰਧੂਆਂ ਦੇ ਜਠੇਰੇ, ਇਹ ਰੰਧਾਵਿਆਂ ਦੇ ਜਠੇਰੇ, ਇਹ ਗਿੱਲਾਂ ਦੇ ਜਠੇਰੇ। ਕਿਆ ਬਣ ਗਿਆ ਤਮਾਸ਼ਾ ਜੀ ਇੱਥੇ। ਹੁਣ ਜਿਹੜੇ ਬੰਦੇ ਪੱਥਰਾਂ ਨੂੰ ਮੱਥਾ ਟੇਕ ਰਹੇ ਹੁਣ ਉਹ ਲੀਡਰ ਕਿੱਥੋਂ ਚੁਣ ਲੈਣਗੇ ਭਲਾ? ਉਹ ਕਿੱਥੋਂ ਸਿਆਣੇ ਲੀਡਰਾਂ ਦੀ ਚੋਣ ਕਰਨਗੇ? ਉਹ ਤੋਂ ਅਗਲੇ ਅੰਦਾਜ਼ਾ ਲਾਉਂਦੇ ਆ ਵੀ ਇਹ ਬੜੀ ਛੇਤੀ ਭੁੱਲ ਜਾਂਦੇ ਆ। ਤੁਸੀਂ ਵੇਖੋ 3 ਸਾਲ ਲਗਾਤਾਰ ਨਹੀਂ ਆਉਂਦੇ ਆਪਣੇ ਇਲਾਕੇ 'ਚ। ਜਦੋਂ ਅਖੀਰ ਵੋਟਾਂ ਆਉਣ ਵਾਲੀਆਂ ਹੁੰਦੀਆਂ ਫਿਰ ਹੌਲੀ ਹੌਲੀ ਸੜਕਾਂ 'ਤੇ ਪੱਚ ਜੇ ਲਾਉਣ ਲੱਗ ਪੈਂਦੇ ਹੌਲੀ ਹੌਲੀ ਵੀ ਇਹਨਾਂ ਨੇ ਕਹਿਣਾ ਵੇਖਿਆ ਸਾਡੇ ਲੀਡਰ ਨੇ ਪੱਚ ਲਵਾਤੇ। ਬੋਲੋ ਭਾਈ, ਕਿਸੇ ਨੂੰ ਕਹੋ ਨਾ ਆਪਣੇ ਕਿਸਾਨੀ ਦਾ ਝੰਡਾ ਲਾ ਆਪਣੇ ਛੱਤ ਤੇ, ਤਾਪ ਚੜ੍ਹਦਾ। ਕਿਸਾਨੀ ਦਾ ਝੰਡਾ ਲਾਓ ਆਪਣੀਆਂ ਪਾਣੀ ਦੀਆਂ ਟੈਂਕੀਆਂ ਤੇ, ਦਰਵਾਜ਼ਿਆਂ ਤੇ, ਪਤਾ ਲੱਗੇ ਮੈਂ ਕਿਸਾਨ ਹਾਂ, ਮੈਂ ਮਜ਼ਦੂਰ ਹਾਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗੇ। ਲਗਾਤਾਰ 5ਵਾਂ ਮਹੀਨਾ ਚੱਲ ਰਿਹਾ, ਇੰਝ ਲੱਗਦਾ ਜਿਵੇਂ ਕਿਸਾਨਾਂ ਦੀ ਸਰਕਾਰ ਹੋਵੇ ਦਿੱਲੀ ਦੇ ਬਾਰਡਰਾਂ ਤੇ। ਇੰਝ ਮਹਿਸੂਸ ਹੋ ਰਿਹਾ ਜਿਵੇਂ ਕਿਸਾਨਾਂ ਦੀ ਆਪਣੀ ਸਰਕਾਰ ਹੋਵੇ, ਕਿਸਾਨ ਤੇ ਮਜ਼ਦੂਰਾਂ ਦੀ ਸਾਂਝੀ ਸਰਕਾਰ ਚੁਣੀ ਗਈ। ਰਾਤ ਨੂੰ ਪਹਿਰੇਦਾਰੀ ਹੋ ਰਹੀ ਆ। ਇੰਝ ਲੱਗ ਰਿਹਾ ਵੀ ਕੋਈ ਬੀਜੇਪੀ ਨਹੀਂ, ਕੋਈ ਕਾਂਗਰਸ ਨਹੀਂ, ਕੋਈ ਝਾੜੂ ਵਾਲਾ ਨਹੀਂ, ਕਿਸਾਨ ਤੇ ਮਜ਼ਦੂਰਾਂ ਦੀ ਸਾਂਝੀ ਚੁਣੀ ਹੋਈ ਸਰਕਾਰ। ਕਿੱਦਾਂ ਭਲਾ? ਰਾਤ ਨੂੰ ਪਹਿਰੇ ਲੱਗ ਰਿਹਾ, ਝਾੜੂ ਪੋਚੇ ਲੱਗ ਰਹੇ ਆ, ਲੰਗਰ ਵਰਤਾਏ ਜਾ ਰਹੇ ਆ, ਸੇਵਾਵਾਂ ਹੋ ਰਹੀਆਂ ਨੇ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਜਿਹੜੇ ਤੁਹਾਡੇ ਚ ਹੋ ਕੇ ਆਏ ਹੋਣਗੇ, ਛੰਨਾ ਛੱਤ ਲੀਆਂ ਵਾ, ਸੋਹਣੇ ਸੋਹਣੇ ਫੁੱਲਾਂ ਦੇ ਗਮਲੇ ਅੱਗੇ ਰੱਖਦੇ ਆ, ਸਫਾਈਆਂ ਹੋ ਰਹੀਆਂ ਵਾ। ਬਿੱਲ ਰੱਦ ਹੋਣ ਤੋਂ ਬਾਅਦ ਇੱਕ ਵਾਰ ਵੇਖਣ ਜ਼ਰੂਰ ਆਉਣਗੇ ਮਿਨਿਸਟਰ ਵੀ ਕਿੱਥੇ ਰਹੇ ਕਿਸਾਨ ਲਗਾਤਾਰ ਇੰਨੇ ਮਹੀਨੇ। ਜਿਹੜੇ ਇੱਕ ਹਾਈਵੇ ਨੂੰ ਸੋਹਣਾ ਘਰ ਬਣਾ ਸਕਦੇ ਆ, ਤੇ ਸੋਚੋ ਇਹ ਬੰਦੇ ਕਿੰਨੀ ਵਧੀਆ ਸੋਚ ਵਾਲੇ ਆ ਵੀ ਜੇ ਇੱਕ ਹਾਈਵੇ ਦੇ ਉੱਤੇ ਝਾੜੂ ਪੋਚੇ ਲਾ ਕੇ ਵਸਣਯੋਗ ਬਣਾ ਸਕਦੇ ਆ। ਜੇ ਸੱਚੀ ਸਾਨੂੰ ਆਪਣਾ ਇੱਕ ਦੇਸ਼ ਮਿਲ ਜਾਵੇ ਅਸੀਂ ਕਿੰਨਾ ਖੂਬਸੂਰਤ ਬਣਾ ਦਈਏ। ਜਿਹੜੇ ਬੰਦੇ ਚੰਗੀ ਸੋਚ ਵਾਲੇ ਹੁੰਦੇ ਨੇ ਉਹ ਬੰਜਰ ਜ਼ਮੀਨਾਂ ਨੂੰ ਵੀ ਉਪਜਾਊ ਬਣਾ ਦਿੰਦੇ ਆ, ਉਪਜਾਊ ਬਣਾ ਦਿੰਦੇ ਆ, ਵਧੀਆ ਜ਼ਮੀਨਾਂ ਬਣਾਉਂਦੇ। ਵਾਹ ਕੇ ਸਵਾਰ ਕੇ ਤਗੜੇ ਹੋ ਕੇ ਹੰਬੜਾ ਮਾਰੀਏ। ਹੱਥ ਜੋੜ ਕੇ ਬੇਨਤੀ ਹੈ, ਇਹ ਸਮਾਂ ਸ਼ਿਕਵੇ ਗਿਲਿਆਂ ਦਾ ਨਹੀਂ, ਇਹ ਮੌਕਾ ਹੈ। ਹੁਣ ਨਾ ਇਕੱਠੇ ਹੋਏ ਮੁੜ ਕੇ ਖੂਨ ਦੇ ਹੰਝੂ ਰੋਣਾ ਪਵੇਗਾ ਸਾਨੂੰ। ਇਹ ਅੰਦੋਲਨ 6 ਮਹੀਨੇ ਵੀ ਚੱਲ ਸਕਦਾ, ਸਾਲ ਵੀ ਚੱਲ ਸਕਦਾ, 2 ਸਾਲ ਵੀ ਚੱਲ ਸਕਦਾ। ਜਿੰਨਾ ਲੰਬਾ ਚੱਲੂ ਉਨੀਆਂ ਹੀ ਜੜ੍ਹਾਂ ਥੱਲਿਓਂ ਪੁੱਟੀਆਂ ਜਾਣਗੀਆਂ ਸਰਕਾਰ ਦੀਆਂ। ਆਹ ਚੇਤਾ ਰੱਖਿਓ। ਕਈ ਜਿਹੜੇ ਥੋੜੇ ਕੁ ਦਿਨ ਜਾਂਦੇ ਆ ਨਾ ਉਹ ਪੁੱਛਦੇ ਆ ਜਾਂਦੇ ਆ ਇਹ ਕਿੰਨਾ ਕੁ ਲੰਮਾ ਚੱਲੂ। ਅਜੇ ਉਹ ਬੰਦਾ ਪੁੱਛੇ ਜਿਹਨੂੰ 4-5 ਮਹੀਨੇ ਹੋ ਗਏ ਆ, ਉਹ ਤੇ ਬੈਠੇ ਸਬਰ ਨਾਲ। ਜਿਹੜੇ ਮੇਲਾ ਗੇਲਾ ਵੇਖਣ ਜਾਂਦੇ ਨਾ ਇਦਾਂ, ਉਹ ਪੁੱਛਦੇ ਕਿੰਨਾ ਕੁ ਲੰਮਾ ਚੱਲੂ ਵੀ ਤੂੰ ਭਾਈ 2 ਦਿਨ ਰਹਿਣ ਆਇਆ, ਤੂੰ ਰਹਿ ਕੇ ਗਾਂ ਜਾ, ਤੂੰ ਦੂਜਿਆਂ ਦਾ ਮਨੋਬਲ ਕਿਉਂ ਦੇਖਦਾ? ਉੱਥੇ ਤੇ ਇਦਾਂ ਤਿਆਰੀ ਕਰਕੇ ਜਾਓ ਕਿ ਭਾਈ ਇਹ ਲੰਮਾ ਚੱਲੂ। ਜਿੰਨਾ ਲੰਮਾ ਚੱਲੂ ਉਨੀ ਇਹ ਸਰਕਾਰ ਦੀਆਂ ਜੜ੍ਹਾਂ, ਉੱਚੀ ਬੋਲੋ, ਥੱਲਿਓਂ ਪੁੱਟੀਆਂ ਜਾਣੀਆਂ ਜੜ੍ਹਾਂ ਚੋਂ, ਤਾਂ ਕਿ ਦੁਬਾਰਾ ਪੁੰਗਰ ਨਾ ਸਕਣ। ਤੋ ਇਹ ਸਬਰ ਦੀ ਗੱਲ ਹੈ ਪਿਆਰਿਓ। ਰਲ ਮਿਲ ਕੇ ਸਾਨੂੰ, ਤੁਸੀਂ ਵੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਦੀ ਚੋਣ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ, ਇਹ ਕੀ ਸੀ ਭਲਾ? ਲੋਕਤੰਤਰ। ਜਦੋਂ ਕੋਈ ਫੈਸਲਾ ਕਰਨਾ ਇਕੱਲਾ ਬੰਦਾ ਫੈਸਲਾ ਨਾ ਕਰ ਸਕੇ, ਪੰਚਾਇਤਾਂ ਹੁੰਦੀਆਂ। ਹੁਣ ਪੰਚਾਇਤਾਂ ਤੇ ਬਾਅਦ ਚ ਬਣੀਆਂ। ਗੁਰੂ ਸਾਹਿਬ ਨੇ ਇੱਕ ਲੋਕਤੰਤਰ ਦੀ ਗੱਲ ਕੀਤੀ ਵੀ 5 ਜਾਣੇ ਇਕੱਠੇ ਹੋਣ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 5 ਪਿਆਰੇ ਆਉਣੇ। ਇਹ ਤੋਂ ਪਤਾ ਲੱਗਦਾ ਵੀ ਕੋਈ ਵੀ ਫੈਸਲਾ ਕਰਨਾ ਤੇ ਵਿਚਾਰ ਗੋਸ਼ਟੀ ਨਾਲ ਕੀਤਾ ਜਾਵੇ। ਗੁਰੂ ਸਾਹਿਬ ਨੂੰ ਤੁਸੀਂ, ਗੁਰੂ ਸਾਹਿਬ ਵਰਗਾ ਸਮਾਜ ਸੁਧਾਰ ਕੌਣ ਹੋ ਸਕਦਾ? ਤੁਸੀਂ ਜਦੋਂ ਗੁਰੂ ਸਾਹਿਬ ਜੀ ਦੀਆਂ ਤੁਸੀਂ ਨੀਤੀਆਂ ਵੇਖੋਗੇ, ਕੰਮ ਕਰਨ ਦੇ ਤਰੀਕੇ ਵੇਖੋਗੇ, ਸਮਾਜ ਵਿੱਚ ਘੁੰਡ ਪ੍ਰਥਾ ਬੰਦ ਕਰਨੀ, ਸਮਾਜ ਵਿੱਚ ਸਤੀ ਪ੍ਰਥਾ ਬੰਦ ਕਰਨੀ। ਇੱਥੇ ਮਰਦ ਚੜ੍ਹਾਈ ਕਰਦਾ ਸੀ ਤੇ ਔਰਤ ਨੂੰ ਨਾਲ ਚਿਖਾ ਵਿੱਚ ਜਿਉਂਦੇ ਸਾੜ ਦਿੱਤਾ ਜਾਂਦਾ ਸੀ। ਪਰ ਜੇ ਪਤਨੀ ਚੜ੍ਹਾਈ ਕਰੇ ਤੇ ਉਹਦਾ ਦੂਜਾ ਵਿਆਹ ਹੋ ਜਾਂਦਾ ਸੀ। ਇਹ ਬਾਣੀ 'ਚ ਲਿਖਿਆ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਤੇ ਜੇ ਔਰਤ ਦਾ ਪਤੀ ਚੜ੍ਹਾਈ ਕਰਨ ਤੋਂ ਬਾਅਦ ਪੁਨਰ ਵਿਆਹ, ਦੁਬਾਰਾ ਵਿਆਹ ਕਰਨ ਦਾ ਪਹਿਲੀ ਵਾਰ ਇਹ ਦੇਸ਼ 'ਚ ਜੇ ਆਰੰਭ ਹੋਇਆ ਤੇ ਉਹ ਸਿਹਰਾ ਗੁਰੂ ਅਮਰਦਾਸ ਨੂੰ ਜਾਂਦਾ। ਧੰਨ ਗੁਰੂ ਅਮਰਦਾਸ ਨੇ ਕਾਨੂੰਨ ਪਾਸ ਕਰਾਇਆ ਕਿ ਜੇ ਮਰਦ ਚੜ੍ਹਾਈ ਕਰ ਜਾਏ
ਤੇ ਔਰਤ ਨੂੰ ਵੀ ਛੋਟੀ ਉਮਰ ਦੇ ਵਿੱਚ ਜੇ ਉਹਦਾ ਪਤੀ ਚੜਾਈ ਕਰ ਗਿਆ, ਦੋਵਾਂ ਪਰਿਵਾਰਾਂ ਦੀ ਸਹਿਮਤੀ ਹੋਵੇ ਤੇ ਉਹਨੂੰ ਦੁਬਾਰਾ ਵਿਆਹ ਕਰਾਉਣ ਦੀ ਆਗਿਆ ਹੋਣੀ ਚਾਹੀਦੀ। ਇਹ ਕਾਨੂੰਨ ਪਾਸ ਕਰਾਇਆ। ਇਹ ਸਮਾਜ ਸੁਧਾਰ ਕੰਮ ਸੀ ਸਾਡੇ ਗੁਰੂ ਪਾਤਸ਼ਾਹ ਜੀ ਦੇ। ਜ਼ਿੰਦਗੀ ਜਿਉਣ ਦੇ ਤਰੀਕੇ ਦਿੱਤੇ। ਅੱਜ ਹੋ ਜਾਂਦਾ ਕੋਈ ਨਸ਼ੇ ਕਾਰਨ ਪਤੀ ਕਾਲਵਾਸ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ, ਪਰਿਵਾਰਾਂ ਦੀ ਸਹਿਮਤੀ ਹੁੰਦੀ ਹੈ ਤੇ ਬੱਚੀ ਦਾ ਦੁਬਾਰਾ ਵਿਆਹ ਕੀਤਾ ਜਾਂਦਾ। ਪਰ ਮਰਦ ਕੀ ਹੁੰਦਾ ਸੀ, ਮਰਦ ਭਾਵੇਂ 50 ਸਾਲ ਦਾ 40 ਸਾਲ ਦਾ ਜੇ ਪਤਨੀ ਚੜਾਈ ਕਰ ਗਿਆ ਤੇ ਇਹਦੇ ਇੱਕ ਦੀ ਚਿਖਾ ਬਲ ਰਹੀ ਹੈ, ਅਜੇ ਉਹਦੇ ਫੁੱਲ ਨਹੀਂ ਚੁੱਕੇ ਗਏ, ਉਹਦਾ ਅੰਗੀਠਾ ਨਹੀਂ ਸੰਭਾਲਿਆ ਗਿਆ ਤੇ ਘਰ 'ਚ ਮੀਟਿੰਗਾਂ ਹੋਣ ਲੱਗ ਪਈਆਂ ਦੂਜੇ ਰਿਸ਼ਤੇ ਦੀਆਂ। ਇਹ ਬਾਣੀ 'ਚ ਲਿਖਿਆ ਭੰਡ ਮੂਆ, ਭੰਡ ਕਹਿੰਦੇ ਔਰਤ ਨੂੰ, ਭੰਡ ਔਰਤ ਮਰ ਗਈ, ਭੰਡ ਭਾਲੀ ਹੈ, ਨਾਲ ਹੀ ਦੂਜੀ ਲੱਭਣ ਲੱਗ ਪਏ। ਤੇ ਜੇ ਕਿਤੇ ਔਰਤ ਦੇ ਬਾਰੇ ਕਿਸੇ ਨੇ ਕਿਹਾ ਵੀ ਅਜੇ ਉਮਰ ਵਿਚਾਰੀ ਦੀ 30-35 ਸਾਲ ਹੈ, ਇਹਦਾ ਪੁਨਰ ਵਿਆਹ ਕਰ ਦਿਓ, ਤੇ ਇਹ ਸਾਡੇ ਇੱਥੇ ਧਾਰਮਿਕ ਅਲੰਬਰਦਾਰ ਜਿਹੜੇ ਅਖਵਾਉਣ ਵਾਲੇ ਸੀ, ਉਹ ਇਹ ਗੱਲ ਬਰਦਾਸ਼ਤ ਨਹੀਂ ਸੀ ਕਰਦੇ। ਤੇ ਗੁਰੂ ਅਮਰਦਾਸ ਨੇ ਇੱਕ ਕਾਨੂੰਨ ਪਾਸ ਕਰਾਇਆ ਇਸ ਦੇਸ਼ ਵਿੱਚ ਕਿ ਔਰਤ ਨੂੰ ਵੀ ਪੁਨਰ ਵਿਆਹ ਕਰਾਉਣ ਦੀ ਆਗਿਆ ਦਿੱਤੀ ਜਾਵੇ। ਇਹਦਾ ਪਤਾ ਲੱਗਦਾ ਕਿ ਗੁਰੂ ਅਮਰਦਾਸ ਜੀ ਦਾ ਦੇਣਾ ਨਹੀਂ ਦੇ ਸਕਦੀ ਇਸ ਦੇਸ਼ ਦੀ ਔਰਤ, ਜਿੱਥੇ ਔਰਤ ਦੇ ਇੰਨੇ ਤਸ਼ੱਦਦ ਹੋ ਰਹੇ ਸਨ। ਇਹ ਸਮਾਜ ਸੁਧਾਰ ਕੰਮ ਸੀ ਸਾਡੇ ਗੁਰੂ ਪਾਤਸ਼ਾਹ ਜੀ ਦੇ। ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦੇ ਤਰੀਕੇ ਦਿੱਤੇ। ਲੋਕਤੰਤਰ ਦੀ ਗੱਲ ਵੀ ਕੋਈ ਫੈਸਲਾ ਕਰਨਾ ਵਨ ਮੈਨ ਸ਼ੋਅ ਨਾ ਹੋਵੇ, ਬੈਠ ਕੇ ਵਿਚਾਰ ਗੋਸ਼ਟੀ ਕਰੋ, ਬੈਠ ਕੇ ਹੋ ਸਕਦਾ ਇੱਕ ਬੰਦਾ ਗਲਤ ਫੈਸਲਾ ਕਰ ਲਵੇ, ਉਹ ਕਿਸੇ ਨਾਲ ਸਲਾਹ ਮਸ਼ਵਰਾ ਕਰ ਲਵੇ ਤਾਂ ਕਿ ਆਪਾਂ ਕਿਸੇ ਚੰਗੇ ਪਿੰਡਾਂ ਵਿੱਚ ਵੀ ਹੁੰਦਾ। ਹੁਣ ਇੱਕ ਪੰਚਾਇਤ ਕਿੱਥੋਂ ਬਣਦੀ? ਪੰਚਾਇਤ ਦਾ ਅਰਥ ਹੀ ਸੀ ਰਲ ਮਿਲ ਕੇ ਆਪਾਂ ਕੋਈ ਸਾਂਝਾ ਫੈਸਲਾ ਲੈਣਾ, ਤਾਂ ਕਿ ਜੇ ਇੱਕ ਬੰਦਾ ਫੈਸਲਾ ਗਲਤ ਲਊ ਤੇ ਚਾਰ ਉਸ ਫੈਸਲੇ ਨੂੰ ਸਹੀ ਕਰਨ ਵਾਲੇ ਵੀ ਵਿੱਚ ਹੋਣਗੇ। ਤੋ ਪਾਤਸ਼ਾਹ ਜੀ ਨੇ ਇਹ ਪੰਜਾਂ ਦੀ ਚੋਣ ਕੀਤੀ, ਸਾਨੂੰ ਖੰਡੇ ਦੀ ਪੌਲ ਦਿੱਤੀ, ਸਾਨੂੰ ਗੁਰਬਾਣੀ ਦੇ ਨਾਮ ਅੰਮ੍ਰਿਤ ਨਾਲ ਜੋੜਿਆ। ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦਾ ਪ੍ਰਣ ਇੱਕ ਕਮਿਟਮੈਂਟ ਹੈ ਕਿ ਮਹਾਰਾਜ ਇਹ ਸਿਰ ਤੁਹਾਡਾ ਹੈ, ਜਿੱਥੇ ਮਰਜ਼ੀ ਲਾ ਲਓ, ਅੱਜ ਤੋਂ ਬਾਅਦ ਸਿਰ ਤੁਹਾਡੇ ਅੱਗੇ ਅਸੀਂ ਸੌਂਪ ਦਿੱਤਾ ਹੈ। ਪਰ ਹੁਣ ਖੰਡੇ ਦੀ ਪੌਲ ਲੈਣ ਤੋਂ ਬਾਅਦ, ਸਿਰ ਗੁਰੂ ਨੂੰ ਦੇਣ ਤੋਂ ਬਾਅਦ ਫਿਰ ਸਿਰਾ ਗੁਰੂ ਦਾ ਹੋ ਗਿਆ, ਸਾਡਾ ਥੋੜਾ। ਜੇ ਉਹ ਤੋਂ ਬਾਅਦ ਵੀ ਅਸੀਂ ਮਠੀਆਂ ਕਬਰਾਂ ਤੇ ਲੈ ਗਏ, ਇਹਦਾ ਅਰਥ ਕੀ ਹੈ? ਅਸੀਂ ਵੇਚਣ ਤੋਂ ਬਾਅਦ ਵੀ ਕਬਜ਼ਾ ਆਪਣਾ ਰੱਖਿਆ। ਜਿਵੇਂ ਬਣਦਾ ਵਾਕ ਹੈ ਕਿ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਰਜ ਰਾਸ। ਤੁਸੀਂ ਜਿਹੜੀ ਚੀਜ਼ ਵੇਚ ਦਿੰਦੇ ਹੋ ਉਹਦੇ ਤੇ ਸਾਡਾ ਹੱਕ ਨਹੀਂ ਰਹਿ ਜਾਂਦਾ ਮੁੜ ਕੇ। ਤੁਸੀਂ ਜ਼ਮੀਨ ਵੇਚ ਦਿੱਤੀ, ਗੱਡੀ ਵੇਚ ਦਿੱਤੀ, ਘਰ ਵੇਚ ਦਿੱਤਾ, ਜਿਹਨੂੰ ਵੇਚ ਦਿੱਤਾ ਹੁਣ ਉਹਦਾ ਹੈ। ਗੱਡੀ ਵੇਚ ਦਿੱਤੀ, ਜ਼ਮੀਨ ਵੇਚ ਦਿੱਤੀ, ਉਹਦੇ ਪਲਾਟ ਕੱਟੇ, ਉਹਦੇ ਵਿੱਚ ਕਿਹੜੀ ਫਸਲ ਬੀਜਣੀ ਉਹਦੀ ਆਪਣੀ ਮਰਜ਼ੀ ਹੈ। ਵੇਚਣ ਤੋਂ ਬਾਅਦ ਸਾਡੇ ਅਧਿਕਾਰ ਖਤਮ ਹੈਗੇ, ਅਸੀਂ ਉਹ 'ਤੇ ਕੀ ਕਰੀਏ? ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ। ਖਰੀਦਣ ਵਾਲੇ ਨੇ ਡਿਪੈਂਡ ਕਰਦਾ, ਉਹਦੇ ਪਲਾਟ ਕੱਟ ਕੇ ਕਲੋਨੀਆਂ ਬਣਾਉਣੀਆਂ ਨੇ ਉਹਨੇ, ਜਾਂ ਉਹਨੇ ਉਹਦੇ 'ਤੇ ਕੋਈ ਆਪਣੇ ਵੱਲੋਂ ਕੋਈ ਫੈਕਟਰੀ, ਕੋਈ ਕਾਰਖਾਨਾ ਲਾਉਣਾ ਹੈ, ਉਹਦੀ ਆਪਣੀ ਮਰਜ਼ੀ ਹੈ। ਜਦੋਂ ਜ਼ਮੀਨ ਵੇਚਣ ਤੋਂ ਬਾਅਦ ਸਾਡਾ ਅਧਿਕਾਰ ਕੋਈ ਨਹੀਂ, ਘਰ ਵੇਚਣ ਤੋਂ ਬਾਅਦ ਸਾਡਾ ਅਧਿਕਾਰ ਕੋਈ ਨਹੀਂ, ਅਸੀਂ ਦੇ ਚੁੱਕੇ ਹਾਂ, ਗੱਡੀ ਵੇਚ ਚੁੱਕੇ ਹਾਂ, ਤੇ ਆਪਣਾ ਮਨ ਗੁਰੂ ਅੱਗੇ ਵੇਚਣ ਤੋਂ ਬਾਅਦ ਇਹਦੇ ਤੇ ਅਧਿਕਾਰ ਸਾਡਾ ਕਿਵੇਂ ਹੋਇਆ? ਵਾਸਤਵ 'ਚ ਅਸੀਂ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੀ ਨਹੀਂ ਆ। ਜਦੋਂ ਮਨ ਗੁਰੂ ਨੂੰ ਦੇ ਦਿੱਤਾ, ਫਿਰ ਮਨ ਦੀ ਘਾੜਤ ਨਵੇਂ ਸਿਰਿਓਂ ਘੜੀ ਜਾਏਗੀ। ਜਦੋਂ ਨਵੇਂ ਸਿਰਿਓਂ ਘੜੀ ਜਾਏਗੀ, ਜ਼ਿੰਦਗੀ ਜਿਉਣ ਦਾ ਰਤਬਾ, ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦਾ ਜੋ ਜਜ਼ਬਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਸਾਨੂੰ ਮਿਲ ਜਾਏਗਾ। ਤੋ ਜਿਹੜੀ ਗੱਲ ਇੱਥੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ ਜੇ ਸਿਮਰਤ ਸੁਖ ਪਾਈ ਹੈ, ਸਭ ਤਿਖਾ 부ਝਾਈ ਪਰ ਬ੍ਰਹਮ ਗੁਰ ਭੁਖ ਰਹੇ ਨਾ ਕਾਈ। ਗੁਰੂ ਅਕਾਲ ਪੁਰਖ ਦੀ ਸੇਵਾ ਕਰਨ ਦਾ ਅਰਥ ਕੀ ਹੈ? ਉਹ ਅਕਾਲ ਪੁਰਖ ਵਿਆਪਕ ਹੈ। ਮਾਂ ਦੀ ਸੇਵਾ ਕਰ, ਪਿਤਾ ਦੀ ਸੇਵਾ ਕਰ, ਘਰ 'ਚ ਦਾਦਾ ਹੈ ਦਾਦੀ ਦੀ ਸੇਵਾ ਕਰ, ਲੋੜ ਪੈਣ ਤੇ ਤੂੰ ਵੇਖ, ਇਹ ਸਭ ਤੋਂ ਵੱਡਾ ਪਰਉਪਕਾਰ ਹੈ। ਘਰ 'ਚ ਕਈ ਵਾਰੀ ਪਿਤਾ ਨੂੰ ਜ਼ਰੂਰਤ ਹੁੰਦੀ ਹੈ, ਦਾਦੇ ਨੂੰ ਜ਼ਰੂਰਤ ਹੈ, ਮਾਂ ਨੂੰ ਜ਼ਰੂਰਤ ਹੈ, ਘਰ ਦੇ ਕਿਸੇ ਜੀ ਨੂੰ ਜ਼ਰੂਰਤ ਹੈ ਕਿ ਉਹਦੀਆਂ 10 ਮਿੰਟ ਲੱਤਾਂ ਦਬਾ ਦਿਓ, ਉਹਨੂੰ ਟਾਈਫਾਇਡ ਹੈ, ਕੋਈ ਦਵਾਈ ਬੂਟੀ, ਉਹਨੂੰ ਕੋਈ ਮੈਡੀਸਨ ਲਿਆ ਦਿਓ। ਇਹ ਪਰਉਪਕਾਰ ਹੈ, ਇਹ ਸਾਡਾ ਆਪਣਾ ਮੁੱਢਲਾ ਫਰਜ਼ ਹੈ। ਅੱਜ ਅਸੀਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੀ ਕਦਰ ਕਰਨੀ ਛੱਡ ਦਿੱਤੀ। ਕਦੀ ਬਿਰਧ ਆਸ਼ਰਮਾਂ 'ਚ ਚੱਕਰ ਮਾਰ ਕੇ ਵੇਖੋ, ਚੰਗੇ ਪਰਿਵਾਰਾਂ ਦੀਆਂ ਮਾਵਾਂ ਬਿਰਧ ਆਸ਼ਰਮਾਂ 'ਚ ਰਾਤਾਂ ਕੱਢਦੀਆਂ ਪਈਆਂ ਨੇ, ਤੇ ਉਹਨਾਂ ਦੇ ਪੁੱਤ ਉੱਦਾਂ ਬਹੁਤ ਵੱਡੀ ਸੇਵਾ ਕਰਦੇ ਨੇ, ਗੁਰਦੁਆਰੇ ਸੰਖਮਰਮਰ ਲਾ ਕੇ ਦੇ ਰਹੇ ਨੇ, ਪਾਲਕੀਆਂ ਲੈ ਕੇ ਦੇ ਰਹੇ ਨੇ, ਪਰ ਆਪਣੀ ਮਾਂ ਨੂੰ 2 ਵਕਤ ਦੀ ਰੋਟੀ ਦੇਣ ਨੂੰ ਤਿਆਰ ਨਹੀਂ ਹਨ। ਕਿੱਥੋਂ ਤੁਰੇ ਅਸੀਂ ਤੇ ਕਿੱਥੇ ਆਣ ਖਲੋਤੇ? ਗੱਲ ਆਣ ਕੇ ਨਿਬੜਦੀ ਹੈ ਐਜੂਕੇਸ਼ਨ ਤੇ। ਸਾਡੀ ਐਜੂਕੇਸ਼ਨ ਨਹੀਂ ਹੈ, ਸਾਡੀ ਘਾਟ ਨਹੀਂ ਉੱਦਾਂ ਦੀ ਘੜੀ ਗਈ। ਇੱਕ ਪਿਆਰਿਓ ਖਿਆਲ ਰੱਖਣਾ, ਘਰ ਦਾ ਮਾਹੌਲ
ਇਹ ਡਿਪੈਂਡ ਬਹੁਤ ਵੱਡਾ ਕਰਦਾ। ਜਦੋਂ ਘਰ ਵਿੱਚ ਬੱਚੇ ਪਾਲੇ ਜਾਂਦੇ ਆ, ਜਦੋਂ ਘਰ 'ਚ ਸਾਡੇ ਪਿਤਾ ਦਾਦੀ ਦਾ ਸਤਿਕਾਰ ਸਾਡੇ ਸਾਹਮਣੇ ਕਰਦੇ ਆ, ਤੇ ਉਹ ਪ੍ਰਭਾਵ ਸਾਡੇ ਮਨ 'ਤੇ ਵੀ ਪੈਂਦਾ ਹੈ। ਵੀ ਜੇ ਸਾਡਾ ਪਿਤਾ ਸਾਡੀ ਮਾਂ ਨਾਲ ਚੰਗੀ ਤਰ੍ਹਾਂ ਬੋਲਦਾ ਹੈ, ਦਾਦੀ ਨਾਲ ਬੋਲਦਾ ਹੈ, ਅਸੀਂ ਵੀ ਆਪਣੀ ਮਾਂ ਦਾ ਇੰਝ ਹੀ ਸਤਿਕਾਰ ਕਰਨਾ ਹੈ। ਜਦੋਂ ਬੱਚਿਆਂ ਸਾਹਮਣੇ ਆਪਣੀਆਂ ਮਾਵਾਂ ਨੂੰ ਗਾਲਾਂ ਤੋਂ ਬਿਨਾਂ, ਮੰਦੇ ਸ਼ਬਦਾਂ ਤੋਂ ਬਿਨਾਂ ਸੰਬੋਧਨ ਨਹੀਂ ਕੀਤਾ ਜਾਂਦਾ, ਇਹਨੂੰ ਕਹਿੰਦੇ ਨੇ ਤਿਆਰੀ ਕਰ ਲਓ। ਇਹ ਜੋ ਤੁਸੀਂ ਬੀਜ ਰਹੇ ਹੋ, ਤੁਹਾਨੂੰ ਆਪਣੇ ਬੱਚਿਆਂ ਰਾਹੀਂ ਆਉਣ ਵਾਲੇ ਸਮੇਂ 'ਚ ਵੱਢਣਾ ਪੈਣਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹੇ ਨਾ ਕਾਈ, ਸਗਲ ਪਦਾਰਥ ਪੁੰਨਿਆ। ਪੁੰਨਿਆ ਦਾ ਅਰਥ ਕੀ ਹੈ? ਮਨੋਕਾਮਨਾਵਾਂ ਪੂਰੀਆਂ ਹੋ ਗਈਆਂ। ਮਨੋਕਾਮਨਾਵਾਂ ਕਿਹੜੀਆਂ? ਹੁਣ ਮਨ ਦੀ ਕਾਮਨਾ ਵੀ ਚੰਗੀ ਹੈ। ਮਨ ਦੀ ਕਾਮਨਾ ਇਹ ਹੈ, ਮਹਾਰਾਜ ਸਰਬੱਤ ਦਾ ਭਲਾ ਕਰੀ, ਮੇਰੇ ਕੋਲੋਂ ਕਿਸੇ ਦਾ ਬੁਰਾ ਨਾ ਕਰਾਈ। ਜੇ ਕਿਤੇ ਮੇਰੇ ਕੋਲੋਂ ਜਾਣੇ ਅਣਜਾਣੇ ਕਿਸੇ ਦਾ ਬੁਰਾ ਹੋਇਆ ਵੀ ਆ, ਤੇ ਮੈਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ, ਕਿੰਨਾ ਸੋਹਣਾ ਸਮਾਜ ਬਣ ਜਾਏ। ਜੇ ਜ਼ਿੰਦਗੀ 'ਚ ਸਾਡੇ ਕਮਿਟਮੈਂਟ ਆ ਜਾਏ ਵੀ ਮੇਰੇ ਕੋਲੋਂ ਕਿਸੇ ਦਾ ਨੁਕਸਾਨ ਨਾ ਹੋਵੇ, ਮੈਂ ਪਰਉਪਕਾਰੀ ਜੀਵਨ ਜੀਵਾਂ, ਮੈਂ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਾਂ। ਤੁਹਾਡੇ ਵਿੱਚੋਂ ਕਈਆਂ ਦੇ ਪੁੱਤਰ ਧੀ ਵਿਦੇਸ਼ ਗਏ ਹੋਣਗੇ, ਕਦੀ ਪੁੱਛ ਕੇ ਵੇਖਣਾ। ਅਜੇ ਵੀ ਉਹਨਾਂ ਕੰਟਰੀਆਂ ਵਿੱਚ ਇਹੋ ਜਿਹੀਆਂ ਦੁਕਾਨਾਂ ਹੈਗੀਆਂ ਜਿੱਥੇ ਵੇਚਣ ਵਾਲਾ ਕੋਈ ਨਹੀਂ ਖਲੋਤਾ, ਆਪੇ ਪੈਸੇ ਰੱਖ ਕੇ ਲੋਕੀ ਫਰੂਟ ਲੈ ਜਾਂਦੇ ਨੇ। ਆਸਟ੍ਰੇਲੀਆ ਤੇ ਮੈਂ ਖੁਦ ਵੇਖ ਕੇ ਆਇਆ। ਹੁਣ ਉਹ ਬੰਦੇ ਕੋਈ ਵੱਖਰੀ ਦੁਨੀਆ ਤੋਂ ਥੋੜ੍ਹਾ ਆਏ ਨੇ, ਉਹਨਾਂ ਦੀ ਘਾਟ ਐਸੀ ਹੈ, ਐਜੂਕੇਸ਼ਨ ਐਸੀ ਹੈ, ਤੇ ਸਾਡੇ ਕੋਲ ਤਾਂ ਸਭ ਕੁਝ ਹੈਗਾ। ਪਰ ਗੱਲ ਇਹ ਆ, ਅਸੀਂ ਜਦੋਂ ਉੱਤੋਂ ਭ੍ਰਿਸ਼ਟ ਬੰਦਾ ਹੈ, ਥੱਲੇ ਤੱਕ ਭ੍ਰਿਸ਼ਟਪੁਣਾ ਸ਼ੁਰੂ ਹੋ ਚੁੱਕਾ ਹੈ। ਥੱਲੇ ਤੋਂ ਲੈ ਕੇ ਜਿੰਨੀ ਕਿਸੇ ਬੰਦੇ ਕੋਲ ਦਾ ਲੱਗਦਾ ਹੈ, ਬੇਈਮਾਨੀ ਕਰੀ ਜਾਂਦਾ ਹੈ। ਹੁਣ ਜਿਹੜਾ ਬੱਚਾ ਸਕੂਲ 'ਚ ਇੱਕ ਪੈਨਸਲ ਚੋਰੀ ਕਰ ਰਿਹਾ ਹੈ, ਹੁਣ ਉਹਦੀ ਹੈਸੀਅਤ ਹੀ ਪੈਨਸਲ ਚੋਰੀ ਕਰਨ ਦੀ ਹੈ। ਜਦੋਂ ਹੌਲੀ ਹੌਲੀ ਵੱਡਾ ਹੋਏਗਾ ਤੇ ਉਹ ਫਿਰ ਵੱਡੀ ਚੀਜ਼ ਨੂੰ ਡਾਕਾ ਮਾਰੇਗਾ। ਹੁਣ ਜਦੋਂ ਜੇ ਉਹਦੀ ਹੁਣੋਂ ਆਦਤ ਬਣ ਗਈ ਹੈ, ਕੱਲ੍ਹ ਨੂੰ ਮਿਨਿਸਟਰ ਬਣੇਗਾ ਤੇ ਉਹ ਫਿਰ ਵੱਡੀ ਚੀਜ਼ ਨੂੰ ਹੱਥ ਪਾਏਗਾ। ਤੋ ਗੱਲ ਉੱਥੋਂ ਹੈ ਨਾ, ਘਾੜਤ ਜਿਹੜੀ ਜਿੱਦਾਂ ਦੀ ਘਾੜਤ ਘੜੀ ਜਾਣੀ ਹੈ, ਇਹ ਘੜੀ ਹੈ ਸੁਰਤ ਮਤ ਮਨ ਬੁੱਧ। ਇਹ ਜਿਹੜੀ ਘੜਨੀ ਹੈ ਗੁਰੂ ਪਾਤਸ਼ਾਹ ਦੀ ਸਿੱਖਿਆ ਦੁਆਰਾ ਘੜਨੀ ਹੈ। ਤੋ ਇਸ ਕਰਕੇ ਸਗਲ ਪਦਾਰਥ ਪੁੰਨਿਆ ਅਮਰਾ ਪਦ ਪਾਈ। ਅਮਰਾ ਦਾ ਅਰਥ ਹੈ ਉਹ ਅਵਸਥਾ ਜਿੱਥੇ ਇੱਕ ਵੀ ਮਾੜਾ ਫੁਰਨਾ ਸਾਡੇ ਦਿਮਾਗ 'ਚ ਨਾ ਆਵੇ, ਮਾੜਾ ਖਿਆਲ ਸਾਡੇ ਦਿਮਾਗ 'ਚ ਨਾ ਆਵੇ, ਮਾੜੀ ਵਿਚਾਰ ਸਾਡੇ ਦਿਮਾਗ 'ਚ ਨਾ ਆਵੇ। ਗਗਨ ਨਗਰ ਇੱਕ ਬੂੰਦ ਨਾ ਬਰਖੈ। ਜਿੱਦਾਂ ਸਾਡਾ ਦਿਮਾਗ ਰੂਪੀ ਗਗਨ 'ਚ ਮਾੜਾ ਇੱਕ ਵੀ ਬੂੰਦ, ਇੱਕ ਮਾੜੀ ਸੋਚ ਸਾਡੇ ਮਨ ਵਿੱਚ ਨਾ ਆਵੇ। ਗਗਨ ਨਗਰ ਇੱਕ ਬੂੰਦ ਨਾ ਬਰਖੈ। ਨਾਦ ਕਹਾਂ ਜੋ ਸਮਾਨਾ, ਜਿਹੜਾ ਅੰਦਰ ਨਾਦ ਹੈ, ਜਿਹੜਾ ਅੰਦਰ ਸੰਗੀਤ ਵੱਜਦਾ ਸੀ, ਜਿਹੜਾ ਅੰਦਰ ਸ਼ੋਰ ਸ਼ਰਾਬਾ ਸੀ, ਉਹ ਨਿਕਲ ਗਿਆ। ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ। ਸ਼ੇਖ ਦਾ ਅਰਥ ਧਾਰਮਿਕ ਬੰਦਾ ਹੈ। ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ, ਆਪਣੇ ਅੰਦਰ ਦਾ ਜ਼ੋਰ ਛੱਡ, ਭੌ ਕਰ ਝੱਲ ਗਵਾਏ, ਆਪਣੇ ਅੰਦਰ ਦਾ ਝੱਲਪੁਣਾ ਛੱਡ ਦੇ। ਝੱਲ, ਜਦੋਂ ਬੰਦਾ ਕੋਈ ਝੱਲ ਖਿਲਾਰਦਾ ਨਾ, ਘਰ 'ਚ ਝੱਲ ਬਾਅਦ 'ਚ ਆਉਂਦਾ, ਪਹਿਲਾਂ ਉਹਦੇ ਅੰਦਰ ਝੱਲਪੁਣਾ ਖਿਲਰਦਾ। ਜਦੋਂ ਲੜਾਈ ਪੈਂਦੀ ਹੈ, ਦਿਮਾਗ 'ਚ ਲੜਾਈ ਪਹਿਲਾਂ ਹੁੰਦੀ ਹੈ, ਬਾਹਰ ਲੜਾਈ ਬਾਅਦ ਵਿੱਚ ਆਉਂਦੀ ਹੈ। ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਭੌ ਕਰ ਝੱਲ ਗਵਾਏ, ਗੁਰ ਕਹਿ ਭੈ ਕੀਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਭੈ ਵਿੱਚ ਰਹਿ ਕੇ ਹੀ ਉਸ ਨਿਰਭਉ ਦੀ ਪ੍ਰਾਪਤੀ ਹੋ ਸਕਦੀ ਹੈ। ਤੋ ਇਹ ਭੈ ਦਾ ਅਰਥ ਕੀ ਹੈ? ਇਹ ਨਿਰਮਲ ਭਾਵ ਹੁੰਦਾ ਪਿਆਰਿਓ। ਭਰਾ ਨੂੰ ਭਰਾ ਦਾ ਨਿਰਮਲ ਭਾਵ ਹੋਵੇ, ਭੈਣ ਨੂੰ ਭਰਾ ਦਾ ਨਿਰਮਲ ਭਾਵ ਹੋਵੇ, ਬੱਚਿਆਂ ਨੂੰ ਮਾਂ ਬਾਪ ਦਾ ਨਿਰਮਲ ਭਾਵ ਹੋਵੇ। ਇਹ ਨਿਰਮਲ ਭਾਵ ਹੈ ਜਿਸ 'ਚ ਅਦਬ ਵਿੱਚ ਅਸੀਂ ਬੱਝੇ ਪਏ ਇੱਕ ਦੂਜੇ ਦੇ ਨਾਲ, ਕਿ ਮੈਂ ਚੰਗਾ ਸਮਾਜ ਸਿਰਜਾਂ। ਪਰਿਵਾਰਾਂ 'ਚ ਬੈਠ ਕੇ ਸ਼ਾਮਾਂ ਨੂੰ ਸਲਾਹ ਮਸ਼ਵਰੇ ਕਰਨੇ, ਪ੍ਰਸ਼ਾਦਾ ਛਕਦਿਆਂ ਕੋਈ ਚੰਗੀ ਗੱਲ ਕਰਨੀ ਕਿ ਆਪਾਂ ਕੱਲ੍ਹ ਨੂੰ ਕੀ ਕਰਨਾ ਹੈ, ਅੱਜ ਆਪਾਂ ਕੀ ਕੀਤਾ। ਹੈਗੇ ਨੇ ਪਰਿਵਾਰ ਜਿੱਥੇ ਬੈਠ ਕੇ ਵਿਚਾਰ ਗੋਸ਼ਟੀਆਂ ਕਰਦੇ, ਅਤੇ ਇਹੋ ਜਿਹੇ ਵੀ ਪਰਿਵਾਰ ਹੈਗੇ ਆ, ਬਸ ਆਉਂਦੇ ਆਪੋ ਆਪਣੀ ਰੋਟੀ ਖਾ ਕੇ ਤੇ ਬਸ ਸੌਣ ਦੀ ਕਰਦੇ, ਦਬ ਦਬ ਲੇਟ ਗਿਆ, ਸਵੇਰੇ ਉੱਠ ਕੇ ਆਪਣੇ ਕੰਮਾਂ ਨੂੰ ਤੁਰ ਪਏ। ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇਰੀ ਸਿਹਤ ਕਿੱਦਾਂ, ਤੈਨੂੰ ਬੁਖਾਰ ਤਾਂ ਨਹੀਂ ਚੜ੍ਹਿਆ, ਕਿ ਦਵਾਈ ਦੀ ਤਾਂ ਨਹੀਂ ਲੋੜ। ਤੋ ਕਈ ਵਾਰੀ ਘਰ ਦੇ ਵੀ ਕਹਿੰਦੇ ਭਾਈ ਇਹ ਘਰ ਆਇਆ ਨਾ ਆਇਆ ਇੱਕ ਬਰਾਬਰ, ਜਦੋਂ ਇਹਨੇ ਪੁੱਛਣਾ ਹੀ ਨਹੀਂ। ਕਈ ਵਾਰੀ ਮਾਵਾਂ ਇਹੋ ਚਾਹੁੰਦੀਆਂ ਨਾ, ਇੱਕ ਵਾਰ ਪੁੱਤ ਪੁੱਛੇ ਵੀ ਮਾਂ ਠੀਕ ਹੈ, ਤੇ ਮਾਂ ਨੂੰ ਬਿਨਾਂ ਦਵਾਈ ਤੋਂ ਹੀ ਠੀਕ ਹੋ ਜਾਂਦੀ ਵੀ ਮੈਨੂੰ ਪੁੱਛਿਆ ਤੇ ਹੈਗਾ ਕਿਸੇ ਨੇ। ਉਹ ਆਸ ਲਾਉਂਦੀ ਮੈਨੂੰ ਨੂੰਹ ਪੁੱਛੇ, ਤੇ ਨੂੰਹ ਵੀ ਆਸ ਲਾਉਂਦੀ ਹੈ ਕਿ ਮੇਰੀ ਸੱਸ ਮਾਂ ਕਹਿੰਦੀ ਸੀ ਕਿ ਮੈਂ ਤੇਰੀ ਮਾਂ ਵਾਂ, ਮੈਂ ਅੱਜ ਠੀਕ ਨਹੀਂ ਹੈਗੀ, ਮੈਨੂੰ ਪੁੱਛੇ। ਘਰ 'ਚ ਧੀ ਲੇਟ ਉੱਠੇ ਤੇ ਮਾਂ ਕਹਿੰਦੀ ਹੈ ਨਾ, ਕੋਈ ਗੱਲ ਨਹੀਂ ਤੂੰ ਮੇਰੀ ਧੀ ਆ, ਅੱਜ ਮੈਂ ਚਾਹ ਪਾਣੀ ਬਣਾ ਲੈਂਦੀ ਹਾਂ। ਤੇ ਜੇ ਅੱਜ ਨੂੰਹ ਠੀਕ ਨਹੀਂ ਹੈਗੀ ਤੇ ਉਦੋਂ ਵੀ ਸੱਸ ਮਾਂ ਵਾਲਾ ਰੋਲ ਅਦਾ ਕਰੇ। ਘਰਾਂ 'ਚ ਨਿੱਕੀਆਂ ਨਿੱਕੀਆਂ ਗੱਲਾਂ ਨੇ। ਜੇ ਆਪਣੇ ਪੇਕੇ ਅਸੀਂ ਆਪਣੀ ਭਰਜਾਈ ਤੋਂ ਉਮੀਦ ਲਾਉਂਦੇ ਹਾਂ ਕਿ ਸਾਡੀ ਮਾਂ ਦੀ ਫੁੱਲ ਸੇਵਾ ਕਰੇ, ਤੇ ਇੱਥੇ ਵੀ ਜਿਹੜੀ ਮੈਂ ਆਈ ਹਾਂ, ਵਿਆਹੀ ਆਈ ਹਾਂ, ਮੇਰੀ ਜਿਹੜੀ ਸੱਸ ਹੈ ਮੇਰੀ ਮਾਂ ਹੈ, ਤੇ
तो मेरा फर्ज बनता मैं दी सेवा संभाल करा। ਇਹੋ ਹੀ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ जे सुधार ਲਈਏ तो घर बैकुंठ बन जाता। जे ਇਹ ਗੱਲਾਂ सुधारीए ना तो घर नरक बन जाता। नरक बनाना स्वर्ग बनाना ये मर्जी साडी अपनी है। तो सगल पदार्थ पुन्या अमरा पद पाया तुद जेवड तू है पार ब्रह्म। आ गल चेता रखियो, तुद जेवड है रब जी तुहाडे वर्गे सिर्फ तुसी आप ही हो। तुलना कंपैरिजन कोई नहीं, तुलना कोई नहीं कर सकते। तुद जेवड तू है पार ब्रह्म। कहते नानक शरण आई, नानक तां तुहाडी शरण विच आया। तुहाडे मुकाबले दा तुहाडे बराबर दा कोई दूजा है ही नहीं। मैं किहदे नाल तुहाडी तुलना करा, क्योंकि तुहाडे वर्गे सिर्फ तुसी आप हो। भावें असीं बहुत बना लए ने, गुरुआं दे बराबर गद्दियां लाउण वाले बना ले, गुरु दे बराबर आसन लाउण वाले बना ले, पर बाणी आंदी तुद जेवड़ तू है पार ब्रह्म। नानक शरण आई, तुहाडे वर्गे तुसी खुद आप हो प्यारिओ। ये पौड़ी गौड़ी राग विच जिहड़ी वार है गुरु पंजवें पातशाह जी दी, उस वार दे विच 3 नंबर पौड़ी है, 318 नंबर अंक ते, जिस दी आपां विचार सांझी कीती है। जिथे आपां खालसे दे साजना दिवस नूं समर्पित गुरु दी गोद विच बैठ के दीवान दी हाज़री भरी है। उत्थे नाल नाल जिहड़े 3 काले कानून केंद्र ने पास किए, जिन्हां नूं रद्द कराउण लई साडे किसान मजदूर भरा सारे इकट्ठे होकर दिल्ली दी हिक ते बैठे आ। आओ अपनियां ड्यूटियां दे मुताबिक, अपनियां वारियां दे मुताबिक असीं अपने बनदा योगदान पाईए, क्योंकि साडा सारियां दा साझा ये प्रोग्राम है, किसी एक दा नहीं। कई इहो जे परिवार विदेशों च बैठे आ जिन्हां दे परिवार दा एक भी जी पंजाब नहीं हैगा, पर वो कहंदे नहीं पंजाब दा कल्ला कल्ला जी साडा परिवारक मैंबर है। असीं पूरे पंजाब नूं ही अपना परिवारक मैंबर समझ के असीं हैल्प कर रहे हैं, मदद कर रहे हैं। तो आओ तन मन धन दे नाल हर पक्षों सहयोग दईए, हाज़री लवाइए। जदों साडियां ड्यूटियां लगण असीं जरूर पहुँचीए। जिन्ने भी शिकवे गिले मतभेद अपने रोसे ये पंजाब आण के बाद च नवेड़े जा सकते आ। जिवें पिंडां च नहीं हुंदा, भावें भरा दी भरा नाल नहीं बनती, प्यो पुत दी एक दूजे नाल नहीं बनती, ताए चाचे दे पुत्तां दी नहीं बनती, पर जदों विपता पैंदी आ सारे इकट्ठे हो जाते हैं। घटना वापरदी उदों तो ये थोड़ा कहता भी ये मेरे नाल बोलदा नहीं, वो आण के बह जाता है, कहता नहीं भाई ये विपता तेरे ते नहीं पई, ये विपता मेरे ते पई है। मैं विपता वेले तेरे नाल आण के इकट्ठा होवांगा। आओ गुरु साहब बख्शिश करन। आप समूह नगर निवासियों ने सारियां रल के ये अज का यह प्रोग्राम उलीकिया, जिस विच आप जी ने हाज़री भरी है। गुरु कृपा करे अपनी सोच नूं गुरु की बाणी मुताबक बनाउण दा यतन करिए, अपनी सुरत उच्ची चुक चुकीए। गुरु के पावन उपदेश सहज पाठ अपने परिवारां च करन दी आदत पाओ, खंडे की पाओ लो, गुरु की बाणी मुताबक अपना जीवन जीवन का यतन करिए। घरां च शामां नूं कोशिश करो, ज़्यादा नहीं तो सोदर के पाठ तो शुरुआत करो मेरियो भैनों। सोदर का पाठ अपने बच्चों च बैठ के करो, सवेरे उठ के जिन्ना हो सकता, दोपहरे जदों समा लगे तुहाडे कोल अपने बच्चों नाल शुरुआत करो। एक दिन छुट्टी का मिथ लो भी आह दिन छुट्टी है, अज असीं अपने बच्चों नाल रल के बाणी दीआं पोथियां तो 2 अंक 3 अंक सहज पाठ करना है। आदत तो पाईए थोड़ा जिहा बाणी वाले बन्ने, ताकि साडा मन उस बन्ने तुर सके, असीं अपनी सोच नूं उच्चियां चुक सकीए, बनदा योगदान पाईए सारे इस समाज नूं सोहना बनाउण दे विच। सियाणे कहंदे ये भी एक बड़ा वड्डा चेहरे ते मुस्कुराहट लियाउणी भी समाज की एक बड़ी वड्डी सेवा है। जो असीं अपने जीवन जिंदगी विच हसदे हां ना, ये भी एक बड़ी वड्डी सेवा है समाज की। तुसीं किसी उदास चेहरे नूं हसा जाओ, ये भी एक समाज की सेवा। बंदे कोल होर कुछ नहीं सी, खुशी सी, वो जाण लग्गिया खुशी वंड गया। कई बार बंदा तुसीं वेखिया ना उदास बैठा, उहदे लागे तुसीं हासे की गल करके गांह लंघ जाओ, अगला सोचदा तो है ही है ना भी भाई जो कोई सी वंड गया, मैनूं जांदियां हसा ही गया, मैं तो उदास बैठा सी। ये भी एक जिंदगी का बड़ा वड्डा खजाना है। नानक भगतां अज खुशियां गवाच गई लोगों के घरों चो, चेहरे वेखो मुरझाए पे आ। सब कुछ होने तो बाद भी बंदा डिप्रैशन का शिकार है। पुछ के वेखो की होया, बस इदां कहता जिहड़ी घड़ी लंघ जाए ਉਹ ਹੀ ਚੰਗੀ ਆ। ਹੁਣ ਬੰਦਾ ਪੁੱਛੇ ਵੀ ਤੇਰੀਆਂ ਘੜੀਆਂ ਨੂੰ ਹੋਇਆ ਕਿ ਦੋਵੇਂ ਨਿਆਣੇ ਤੇਰੇ ਬਾਹਰ ਚਲੇ ਗਏ, ਹੁਣ ਤੇਰੀ ਘੜੀ ਨੂੰ ਲਾ ਕੇ ਨਹਿਰ 'ਚ ਸੁੱਟ ਆਈਏ। ਹੁਣ ਦੱਸ ਵੀ ਸਾਰਾ ਕੁਝ ਤੇ ਤੇਰੇ ਕੋਲ ਹੈਗਾ, ਨਿਆਣੇ ਤੇਰੇ ਦੋਵੇਂ ਬਾਹਰ ਚਲੇ ਗਏ, ਅਜੇ ਵੀ ਜਿਹੜੀ ਘੜੀ ਲੰਘ ਜੇ ਉਹ ਹੀ ਠੀਕ ਆ। ਉਹ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨ ਵਾਲੇ ਇਹ ਨਹੀਂ ਸੀ ਕਹਿੰਦੇ ਜਿਹੜੀ ਘੜੀ, ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਮੱਝਾਂ ਦੁੱਧ ਵੀ ਦੇ ਰਹੀਆਂ ਨੇ, ਸਭ ਕੁਝ ਕੋਲ ਹੈਗਾ ਵਾ, ਉੱਤੇ ਪੱਖਾ ਲੱਗਾ ਵਾ, ਮਾੜੀ ਜੀ ਹੋਰ ਗਰਮੀ ਆਉਣੀ ਹੈ ਤੇ ਕੂਲਰ ਏਸੀ ਚੱਲ ਪੈਣੇ ਆ।
तो फिर भी कहता ਜਿਹੜੀ घड़ी लंघ जे ਉਹੀ ठीक वा। पोचे लाने वालियां घरां 'च रखियां होईयां वा, फिर भी कहते ਜਿਹੜੀ घड़ी लंघ जे ਉਹੀ ठीक आ। उठिया नहीं जाता भैणा साडे कोल, नहीं उठिया जांदा पोचा फड़ लो, भड़ के गोडे ठीक हो जाने ने। जिदन असीं अच्छा गुरुद्वारे झाड़ू आ के असीं मारदे आ ते घर पोचे वाली रखी हुई है ना। घर दोपहर तक झाड़ू नहीं फेरिया, कहते कि अज काम वाली नहीं आई, तो गुरुद्वारे दूजे हथों झाड़ू फड़ फड़ के मारन की असीं कोशिश करते हैं। बंदे नूं भी मैं कहना हुन्ना भी घर च काम करन दी कोई आदत नहीं, होर नहीं कुछ, गड्डी धोला अपनी, ट्रैक्टर ही धोला, ट्राली धोला अपनी, वेला बैठा ट्राली धोला, वो सर्विस स्टेशन ते खड़नी आ, आप छाल मार के ट्राली ते चल जाना। असी मैं पहला आरंभ च कहा भी मरन वाले लल साडे अपने आ, भी असी अपने खुद काम करन नूं तैयार। बाहरले देशों के विच जिहड़ा अगला मंत्री भी आ ना, मिनिस्टर भी आ, वो भी अपनी गड्डी साफ करन नूं बुरा नहीं समझदा। कहंदा मेरी अपनी गड्डी मैं साफ कर सकदा। मैनूं नहीं लगदा इत्थे कोई MLA MP अपनी गड्डी नूं कपड़ा मारदा होऊगा, उन्होंने शर्म आनी है भी मैं एडा वड्डा, वो छड्डो माड़ा जिहा जिहड़ा उहदा मगर झंडा चुकण वाला वो ही नहीं मारदा। वो आंदा दस मेरे चिट्टे कुड़ते दाग पै जाने आ। कोई संग नहीं, अपने काम खुद करने में कोई हर्ज नहीं है। मैं अज भी अपने जिथे मैं लुधियाने रूम च रहना, मैं आप अपना कमरा आप साफ कर लेना, आप अपनी गड्डी आप धो ली दी, कोई हर्ज नहीं आ। तुहानूं संत मालक ने बख्शिश कीते आ, साफ करन दी आदत पाओ। सोहणियां चक्कियां दे वेखो 10-10 साल पुराने ट्रैक्टर ऐ लगदा जिवें हुणे एजेंसी चों कढा के लिआंदा, अगले धो के ग्रीस ला के डकदे आ, तो कईयां दा 1.5-2 सालां च ही जो साफ ही नहीं करना। वो आंदे कोई गल नहीं, घट्टा बाद भी तो पैना ही आ। बस आ वाह गल कहती भी थोड़े पुराने बुजुर्गों के झाड़ू फेरो रजकाऊ, वो भड़ोले होना कणक दे देना, भड़ोले धुप लवा ली अगलियां ने, ऐ साफ सुथरे कर ले भी कणक आऊगी भाई, फिर गां नवा खाण वाला साडा सिस्टम शुरू होना वा। तो इस करके प्यारे उद्यम बड़ी वड्डी चीज़ है, उद्यम करो करावो ठाकर। मझ लियांदी आ, ਉਹਨੂੰ ਨਵਾਓ, ਉਹਦੇ ਸਿਰ ਤੇ ਪੱਖਾ ਲਾਓ, ਉਹਨੂੰ ਪੱਠੇ ਪਾਓ, ਉਹਦੀ ਖੁਰਲੀ 'ਚ ਹੱਥ ਮਾਰੋ, ਉਹਨੂੰ ਲੱਗਦਾ ਵੀ ਮੇਰਾ ਮਾਲਕ ਵਿੱਚ ਤੁਰਿਆ ਫਿਰਦਾ, ਉਹ ਚਾਹੁੰਦਾ ਮੈਂ ਪੱਠੇ ਖਾਵਾਂ ਤੇ ਸ਼ਾਮਾਂ ਨੂੰ ਬਾਲਟੀ ਦੁੱਧ ਦੀ ਪਰਾਂ ਉਹਨੂੰ ਬੰਨ੍ਹ ਕੇ ਪੱਠੇ ਪਾ ਤੇ ਮੁੜ ਕੇ ਉਹਦਾ ਵੇਂਦਾ ਹੀ ਨਹੀਂ, ਤੇ ਸ਼ਾਮਾਂ ਨੂੰ ਆਂਦਾ ਮਿਲਦੀ ਨਹੀਂ, ਸ਼ੇਖ ਫਤਿਹ ਖੀਰ ਵੀ ਚੜਾਈ ਆ। ਉਹ ਤੇਰੀ ਜਾਨ ਨੂੰ ਰੋਂਦੀ ਆ, ਉਹਦੀ ਲੈ ਤੇ ਆਇਆ ਨਖਸਮਿਆ, ਮੈਨੂੰ ਪੱਠੇ ਵੀ ਪਾ ਦੇ, ਮੈਨੂੰ ਘਰ ਬੰਨ੍ਹ ਕੇ ਆਪ ਤੂੰ ਰੈਲੀ ਤੁਰ ਪਿਆ। माफ़ करना साढ़े लाल अपने आ भी मझ कितों दुध दे दो जो तुसीं काम ही खुद नहीं करना, असीं मेहनत ही आप नहीं करनी। तो की कहना मुंडे नूं आईलैट्स कराउणी है जी, बाहर जाके की कर लूँ, बाहर भी तो कीवी तोड़ने पैने आ, बाहर भी तो संतरे तोड़ने पैने, कुब्बे हो जाते लक उत्थे, उन्होंने कोई चौंकड़ी नहीं वजदी, वो इदां आण के बहिंदे आ, नहीं वजदी, काम करते अगले। तो इत्थे असीं हत्थ ते हत्थ धरिया होया, बस परख लो इत्थे जिहड़ा इत्थे तुहाडे सामने काम करदा वो बाहर भी जाके करूगा। तो ये कईयां नूं कौड़ियां कछैड़ियां भी लगणियां, पर जो तुसीं बुलाया तो हजम कर लियो भाई। सारिਆਂ ਦਾ धन्नवाद। गुरु अगे अरदास आ साडे घरां च गुरमत आवे ते मनमत नूं हूंज के बाहर कढो, जिवें झाड़ू नाल नहीं अपने घरों गंदगी हूंज के बाहर करी दी। गुरमत दा प्रकाश होवे, मनमत दा नाश होवे। साडे नौजवान बच्चे बच्चियां भैणां बुजुर्ग असीं गुरु दी बाणी मुताबिक जिंदगी जू के सुरत उच चुकीए। शुकराना मालक दा जिन्हां ने सानूं गुरु की गोद में बैठन का इस सबब बख्शिश किया। आओ साध संगत जी अरदास मालक के चरणों च काले कानून रद्द होण ते साडे भैण भरा मजदूर किसान आपो अपने घरां नूं खुशी खुशी वापस आउण। सारिਆਂ ਦਾ धन्नवाद। फतेह बुलाओ जी। वाहिगुरू जी का खालसा वाहिगुरू जी की फतेह। राम